वाहिगुरु जी की फतेह। भाई साहब भाई गुरदास साहब जी के बचन ने पंज प्याले पंज पीर छठम पीर बैठा गुर भारी। अर्जन काया पलट के मूरत हर गोबिंद सवारी। भाई गुरदास साहब जी कहते हैं पहली तां गल के गुरु हरगोबिंद साहब महाराज तक आउंदियां ਜਿਹੜੇ ਪੰਜ ਪਿਆਲੇ ਤਿਆਰ ਹੋਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਛਕਿਆ। ਫਿਰ ਮਹਾਰਾਜ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਪਹਿਲਾਂ ਪੰਜ ਪੀਰ ਹੋਏ ਨੇ ਤੇ ਇਹਨਾਂ ਪੰਜਾਂ ਪੀਰਾਂ ਨੇ ਕਾਇਆ ਪਲਟ ਕਰਕੇ ਹੁਣ ਕਾਇਆ ਦੇ ਜਿਹੜੇ ਅਰਥ ਨੇ ਸਾਧ ਸੰਗਤ ਜੀ ਸਰੀਰ ਕੀਤੇ ਜਾਂਦੇ ਆ। ਜਿਹੜਾ ਸਰੀਰ ਬਦਲ ਕੇ ਮੂਰਤ ਹਰਗੋਬਿੰਦ ਸਵਾਰੀ ਤੇ ਛੇਵੇਂ ਗੁਰੂ ਨੂੰ ਛੇਵਾਂ ਪੀਰ ਥਾਪ ਦਿੱਤਾ ਸਿੱਖਾਂ ਦੇ ਵਾਸਤੇ। ਹੁਣ ਪੀਰ ਦਾ ਕੱਲਾ ਮਤਲਬ ਇਹ ਨਹੀਂ ਹੁੰਦਾ ਕਿ ਜਿਹਨੇ ਹਰੇ ਕੱਪੜੇ ਪਾਏ ਜਾਂ ਜਿਹੜਾ ਕਬਰ ਦੇ ਉੱਤੇ ਮਜ਼ਾਰ ਬਣ ਕੇ ਬੈਠਾ ਜਾਂ ਉੱਥੇ ਧੂਪ ਦੀਪਾ ਕੋਈ ਕਰਦਾ ਪਿਆ ਹੈ ਪੂਜਾ ਕਰਦਾ ਹੈ ਉਹ ਪੀਰ ਹੁੰਦਾ ਹੈ। ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ ਨੇ ਬਾਣੀ ਵਿੱਚ ਪੀਰ ਸ਼ਬਦ ਵੀ ਵਰਤਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਪਹਿਲੋਂ ਤਾਂ ਪੰਜ ਪਿਆਲੇ ਨੇ। ਹੁਣ ਇਹ ਪਿਆਲੇ ਕਿਹੜੇ ਨੇ? ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਬਾਣੀ ਵਿੱਚ ਵੀ ਦੱਸਿਆ ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਦੇਖੋ ਇੱਕ ਪਾਸੇ ਜਦੋਂ ਔਗਣਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਉੱਥੇ ਆਉਂਦਾ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਸ ਦੇਹ ਦੇ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੇ ਸੁਨੇ ਨਾ ਕੋਈ ਪੁਕਾਰਾ। ਮਹਾਰਾਜ ਕਹਿੰਦੇ ਨੇ ਇਸ ਸਰੀਰ ਵਿੱਚ ਪੰਜ ਵਿਕਾਰ ਵਸਦੇ ਪਏ ਆ ਤੇ ਉਹ ਵਿਕਾਰ ਰੋਜ਼ ਅੰਮ੍ਰਿਤ ਲੁੱਟਦੇ ਪਏ ਨੇ। ਸਾਡੇ ਸਰੀਰ ਦੇ ਅੰਦਰ ਨਾ ਅੰਤਰਾਤਮੇ ਇੱਕ ਅੰਮ੍ਰਿਤ ਦਾ ਕੂਵਟਾ ਭਰਿਆ ਪਿਆ ਹੈ ਤੇ ਮਹਾਰਾਜ ਕਹਿੰਦੇ ਕੋਈ ਅੱਖਾਂ ਰਾਹੀਂ ਲੁੱਟੀ ਜਾ ਰਿਹਾ ਵਿਕਾਰ, ਕੋਈ ਕੰਨਾਂ ਰਾਹੀਂ ਲੁੱਟਦਾ, ਕੋਈ ਸਪਰਸ਼ ਰਾਹੀਂ ਜਿਹੜਾ ਹੈ ਉਹ ਅੰਮ੍ਰਿਤ ਨੂੰ ਲੁੱਟੀ ਜਾ ਰਿਹਾ ਹੈ। ਪਰ ਮਹਾਰਾਜ ਕਹਿੰਦੇ ਨੇ ਮਨਮੁਖ ਦੀ ਹਾਲਤ ਐਸੀ ਆ ਕਿ ਉਹਨੂੰ ਸਮਝ ਨਹੀਂ ਲੱਗਦੀ ਪਈ ਕਿ ਮੈਂ ਇਹਨਾਂ ਵਿਕਾਰਾਂ ਤੋਂ ਬਚਣਾ ਕਿਵੇਂ ਹੈ। ਫਿਰ ਸਤਿਗੁਰੂ ਮਹਾਰਾਜ ਨੇ ਹੁਣ ਦੇਖੋ ਉਹਦੇ ਮੁਕਾਬਲੇ ਤੇ ਜਿੱਥੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ, ਹੰਕਾਰ, ਉਹਨਾਂ ਦੇ ਮੁਕਾਬਲੇ ਤੇ ਸਦ ਗੁਣਾਂ ਨੂੰ ਜਿਹੜਾ ਹੈ ਉਹ ਖੜੇ ਕਰ ਦਿੱਤਾ। ਮਹਾਰਾਜ ਨੇ ਕਿਹਾ ਸਤ, ਸੰਤੋਖ, ਦਇਆ, ਧਰਮ, ਧੀਰਜ। ਹੁਣ ਦੇਖੋ ਉਧਰ ਪੰਜ ਸੀ ਤੇ ਇੱਧਰ ਵੀ ਪੰਜ ਸੀ। ਹਾਲਾਂਕਿ ਚਲੋ ਇਹ ਵੱਖਰੀ ਇਹਨਾਂ ਦੀ ਲੜਾਈ ਵੀ ਇੱਕ ਮਹਾਂਪੁਰਖਾਂ ਨੇ ਕਰਾ ਕੇ ਦਿਖਾਈ ਕਿ ਜਦੋਂ ਕਾਮ ਭਾਰੀ ਚੜ ਕੇ ਆ ਜਾਏ ਤੇ ਅੱਗੋਂ ਕਿਹੜਾ ਜਿਹੜਾ ਗੁਣ ਹੈ ਉਹਨੇ ਮੁਕਾਬਲਾ ਕੀਤਾ। ਜਦੋਂ ਲੋਭ ਅੱਗੋਂ ਚੜ ਕੇ ਚੜਾਈ ਕਰਕੇ ਆਇਆ ਤੇ ਕਿਹੜੇ ਗੁਣ ਨੇ ਉਹਦਾ ਮੁਕਾਬਲਾ ਕੀਤਾ। ਖੈਰ ਇਹ ਵੱਖਰਾ ਵਿਸ਼ਾ ਹੈ। ਹੁਣ ਸਤਿਗੁਰੂ ਮਹਾਰਾਜ ਨੇ ਜਿਹੜੇ ਪੰਜ ਪਿਆਲੇ ਕੀਤੇ ਨੇ ਉਹ ਹਨ ਜੀ ਸ਼ੁਭ ਗੁਣ ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਔਰ ਇਹ ਪਿਆਲੇ ਕੇਵਲ ਗੁਰੂ ਵਾਸਤੇ ਨਹੀਂ, ਇਹ ਪਿਆਲੇ ਜਿਹੜੇ ਨੇ ਹਰ ਸਿੱਖ ਦੇ ਵਾਸਤੇ ਹੈ ਕਿ ਹਰ ਸਿੱਖ ਦੇ ਵਿੱਚ ਜੀਵਨ ਵਿੱਚ ਸਤ ਹੋਵੇ, ਸੰਤੋਖ ਹੋਵੇ, ਦਇਆ ਹੋਵੇ, ਧਰਮ ਹੋਵੇ, ਧੀਰਜ ਹੋਵੇ। ਸਤਿਗੁਰੂ ਮਹਾਰਾਜ ਫਿਰ ਆਖਦੇ ਨੇ ਪੰਜ ਪਿਆਲੇ ਪੰਜ ਪੀਰ। ਹੁਣ ਪੰਜ ਪੀਰ ਕਿਹੜੇ ਸੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪੀਰ ਨੇ, ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਨੇ, ਤੀਸਰੇ ਗੁਰੂ ਅਮਰਦਾਸ ਮਹਾਰਾਜ, ਚੌਥੇ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਪੰਜਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ। ਪੰਜ ਪਿਆਲੇ ਪੰਜ ਪੀਰ। ਛਠਮ ਪੀਰ, ਛੇਵਾਂ ਪੀਰ ਜਿਹੜਾ ਹੈ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਨੇ। ਛਠਮ ਪੀਰ ਬੈਠਾ ਗੁਰ ਭਾਰੀ। ਹੁਣ ਭਾਰੀ ਦੇ ਅਰਥ ਇਹ ਹੁੰਦੇ ਨੇ ਕਿ ਜਿਹਦੇ ਬਚਨਾਂ 'ਚ ਵੀ ਤਾਕਤ ਹੋਵੇ, ਜਿਹੜਾ ਸਰੀਰ ਕਰਕੇ ਵੀ ਬਲਸ਼ਾਲੀ ਹੋਵੇ। ਇਤਿਹਾਸ ਆਖਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਿਹੜੇ ਨੇ ਉਹਨਾਂ ਦਾ ਜੇਕਰ ਕੱਦ ਦੇਖਿਆ ਜਾਏ ਤਾਂ 7 ਫੁੱਟ ਤੋਂ ਉੱਚਾ ਹੈ। ਸਤਿਗੁਰੂ ਮਹਾਰਾਜ ਜੀ ਦਾ ਸਰੀਰਕ ਬਲ ਜਿਹੜਾ ਸੀ ਉਹ 7 ਮਣ ਪੱਕਾ ਸੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੇ ਜਦੋਂ ਘੋੜ ਸਵਾਰੀ ਕਰਨੀ ਤੇ ਮਹਾਰਾਜ ਜੀ ਦੇ ਥੱਲੇ ਜਿਹੜਾ ਘੋੜਾ ਹੋਣਾ ਜਿਹਦੀ ਸਵਾਰੀ ਕਰਨੀ ਉਹ ਬਹੁਤਾ ਚਿਰ ਨਹੀਂ ਸੀ ਕੱਢਦਾ ਕਿਉਂਕਿ ਉਹਨੇ ਥੱਕ ਜਾਣਾ। ਮਹਾਰਾਜ ਇੰਨੇ ਬਲਸ਼ਾਲੀ ਸਨ। ਮਹਾਰਾਜ ਛਠਮ ਪੀਰ ਬੈਠਾ ਗੁਰ ਭਾਰੀ। ਸਤਿਗੁਰੂ ਮਹਾਰਾਜ ਇਕੱਲੇ ਸਰੀਰ ਕਰਕੇ ਨਹੀਂ, ਇਕੱਲੇ ਤਾਕਤ ਕਰਕੇ ਭਾਰੀ ਨੇ, ਮਹਾਰਾਜ ਬਚਨਾ ਕਰਕੇ ਵੀ ਭਾਰੀ ਨੇ। ਇੱਕ ਇਤਿਹਾਸ ਦੇ ਵਿੱਚ ਘਟਨਾ ਮਿਲਦੀ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਮਹਾਰਾਜ ਸ਼੍ਰੀਨਗਰ ਗਏ। ਉੱਥੇ ਮਾਤਾ ਭਾਗਪਰੀ ਇੱਕ ਬਹੁਤ ਗਰੀਬ ਸਿੱਖ ਸੀ ਜਿਹਨੇ ਆਪਣੇ ਹੱਥੀਂ ਇੱਕ ਖੱਦਰ ਦਾ ਚੋਲਾ ਬਣਾਇਆ। ਹੁਣ ਆਪਣੇ ਹੱਥੀਂ ਬੁਣਿਆ ਪਰ ਅੱਖਾਂ ਜਿਹੜੀਆਂ ਸੀ ਉਹ ਬਹੁਤਾ ਸਾਥ ਨਹੀਂ ਸੀ ਦਿੰਦੀਆਂ ਜਾਂ ਬਹੁਤਾ ਸਾਥ ਨਾ ਦਿੱਤਾ। ਅੱਖਾਂ ਤੋਂ ਚੰਗੀ ਤਰ੍ਹਾਂ ਦਿਖਾਈ ਵੀ ਨਾ ਦੇਣਾ। ਪਰ ਮਨ ਦੇ ਵਿੱਚ ਇਹ ਸ਼ਰਧਾ ਸੀ
कि किसी ना किसी तरीके नाल मेरी एक प्रेम भेटा गुरु हरगोबिंद साहब महाराज प्रवान करना। फिर सतगुरु महाराज देखो जेडे रेशम दे जिन्हां दे चोले होने महाराज अमृतसर की धरती तो श्रीनगर माता भाग भरी का चोला लैन वास्ते महाराज गए। हुण छठम पीर बैठा गुर भारी भारी गुरु किवें है। सतगुरु सच्चे पातशाह महाराज उत्थे गए ते उत्थों महाराज श्रीनगर तो जिहड़ा मुजफ्फरनगर है पाकिस्तान ਨੂੰ ਜਿਹੜਾ ਰਸਤਾ ਜਾਂਦਾ ਹੈ ਨਾ ਉਸ ਪਾਸੇ ਦੀ ਮਹਾਰਾਜ ਜਦੋਂ ਜਾਂਦੇ ਨੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਨਕਾਣਾ ਸਾਹਿਬ ਗਏ ਸੀ। ਉਥੋਂ ਮਹਾਰਾਜ ਦੇ ਜੀਵਨ ਚ ਬਹੁਤ ਸਾਰਾ ਗਿਆਨ ਮਿਲਦਾ ਹੈ ਕਿ ਗੁਰੂ ਦਾ ਸਤਿਕਾਰ ਕਿਵੇਂ ਕਰੀਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਨਨਕਾਣਾ ਸਾਹਿਬ ਗਏ ਤੇ ਸਾਹਮਣੇ ਨਨਕਾਣਾ ਸਾਹਿਬ ਦੇ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੈ ਜਿੱਥੇ ਮਹਾਰਾਜ ਨੇ ਘੋੜਾ ਬੰਨ ਦਿੱਤਾ। जोड़ा भी सतगुरु महाराज ने उत्थे उतारता ते सिख आखदे ने महाराज जोड़ा क्यों उतारिया? कहंदे सच्चे पातशाह गुरु नानक जी का जन्म स्थान है ते मैं जोड़ा लेके नहीं उत्थे जा सकदा। देखो है मैं गुरु पर सतगुरु महाराज जी का सत्कार। हुण धन गुरु हरगोबिंद साहब महाराज जी तो मुजफ्फरबाद लागे जांदे ने मुजफ्फरनगर। सच्चे पातशाह महाराज का उत्थे एक स्थान है जी बिल्कुल बार्डर लाइन के उपर। उन्होंने कहंदे ने परम पिला। गुरु के बचना विच कितना भार है। देखो सतगुरु महाराज परम पिला गए। तुसी अज भी जाओगे ना परम पिला ते साडी स्किन दा रंग जिहड़ा ना पीला पैना शुरू हो जांदा उत्थे। पता नहीं चलो गुरु दी कृपा है जी वो स्थान दी किवें महत्ता बनी क्यों पीला पैंदा है। पर जिहड़ा भी उत्थे जांदा इहदी स्किन दा शरीर दा रंग पीला पैंदा। इस करके कहंदे ने परम पिला उस स्थान दा नाम है। वो पहाड़ी के उत्ते स्थान है ते सतगुरु महाराज जी तो गए ते उत्थे कुछ पीर बैठे आ। महाराज जी तो गए उन्हां दे कोल ते उन्हां ने महाराज जी दी नरादरी करन वास्ते ना सतगुरु जी नूं नीवें थां ते बिठाया। पर सतगुरु सच्चे पातशाह महाराज वल जोधा बहुत परोपकारी सतगुरु ने महाराज जी तो नीवें थां ते बैठे ते वो थां ऊंचा हो गया। पीरा वाला थां जिहड़ा सी वो नीवा हो गया। सतगुरु महाराज नूं फिर डराउण वास्ते ना प्रभाव पै जाए महाराज जी के सामने एक पीर ने हवा विच उड़ना शुरू कर दिता। वड जोधा वो परोपकारी जब सतगुरु महाराज बचना दे किने भारी ने। गुरु हरगोबिंद साहब महाराज आखते ने पीर जी रब ने तुहानू पैर दिते सी धरती ते तुरन वास्ते तुसी हवा विच उड़दे फिरदे हो तुहानू धरती नसीब नहीं होएगी। छठम पीर बैठा गुर भारी गुरु दे बचना विच किन्ना वचन देखो। महाराज कहते धरती नसीब नहीं होएगी। एक पीर ने उत्थे अग लाउणी शुरू कर दी अग कड्ढनी शुरू की। सतगुरु गुरु हरगोबिंद साहब महाराज कहते तेनू अग नाल बड़ा प्यार ते कि तेरी कबर नूं भी अग महसूस होया करेगी तेरी कबर नूं अग लगेगी। सतगुरु महाराज पातशाह उत्थों वापस जदों आए ते जेड़ा ओ पीर सी दोनों पीरां दी बाद विच मौत होई। जेड़ा पीर ते हवा दे विच उड़दा पिया सी ना ਉਹ ਹਵਾ ਦੇ ਵਿੱਚ ਉੱਡਣ ਵਾਲੇ ਪੀਰ ਦੀ ਜਦੋਂ ਮੌਤ ਹੋਈ ਤਬੂਤ ਵਿੱਚ ਉਹਨੂੰ ਬੰਦ ਹੁੰਦੇ ਚੇਲਿਆਂ ਨੇ ਕੀਤਾ ਕਬਰ ਪੁੱਟੀ ਸਵੇਰੇ ਦਫਨਾ ਕੇ ਆਏ ਤੇ ਸ਼ਾਮ ਨੂੰ ਉਹ ਮਿੱਟੀ ਪੁੱਟ ਕੇ ਕਬਰ ਸਨੇ ਉਹ ਤਬੂਤ ਜਿਹੜਾ ਸੀ ਹਵਾ ਦੇ ਵਿੱਚ ਤੈਰਦਾ ਪਿਆ ਹੈ। ਉਹਨਾਂ ਨੇ ਫਿਰ ਦਬਾਉਣਾ ਉਹਨੇ ਬਾਹਰ ਆ ਜਾਣਾ। ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਕੋਈ ਬੜੀ ਭਾਰੀ ਭੋਲਿਆ ਜਿਹੜੀ ਕਬਰ 'ਚ ਮਿੱਟੀ ਨਸੀਬ ਨਹੀਂ ਹੁੰਦੀ ਪਈ। ਉਹਨਾਂ ਤਬੂਤ ਚੁੱਕਿਆ ਤੇ ਤਬੂਤ ਚੁੱਕ ਕੇ ਜਿਹੜਾ ਸੀ ਉਹ ਮੱਕੇ ਨੂੰ ਤੁਰ ਪਏ। ਰਸਤੇ ਵਿੱਚ ਕਿਸੇ ਫਕੀਰ ਨੇ ਰੋਕ ਕੇ ਕਿਹਾ ਕਹਿਣ ਲੱਗੇ ਕਿਤੇ ਲਿਜਾਣ ਦਾ ਫਾਇਦਾ ਕੋਈ ਨਹੀਂ ਜਿੰਦੇ ਭਾਰੀ ਬਚਨਾਂ ਦਾ ਇਹ ਮਾਰਿਆ ਹੈ ਉਹਦੇ ਬਚਨਾਂ ਕਰਕੇ ਇਹ ਕਿਤੇ ਵੀ ਬਖਸ਼ਿਆ ਨਹੀਂ ਜਾ ਸਕਦਾ। ਪਰ ਯੋਧਾ ਬਹੁਤ ਪਰਉਪਕਾਰੀ ਛਠਮ ਪੀਰ बैठा गुर भारी ते सच्चे पातशाह महाराज धन गुरु हरगोबिंद साहब दे बचन सन धरती नसीब नहीं होएगी। अज भी उत्थे जाके देखो उनका तबूत जिहड़ा है वो हवा दे विच संगलां दे नाल दरख्त नाल बन्निया होया है। धरती उन्हों नसीब नहीं हुई ते जिहड़ा अग कढ़दा सी ना पीर उनकी जिहड़ी कबर है वो पाकिस्तान वाले पासे है जीरो लाइन दे बिल्कुल परले पासे। बाबा हरबंस सिंह की कार सेवा दिल्ली वाले उत्थों की सेवा कराउंदे ने परम पिला दी। जेड़ा पीर दे अग कढ़दा सी इतिहासकार जां उत्थों दे लोग कहंदे ने कि उनकी कबर नूं साल विच एक वारी अग जरूर लगदी आ। हुण सतगुरु महाराज कहंदे ने पंज प्याले पंज पीर छठम पीर बैठा गुर भारी अर्जन काया पलट के मूरत हर को बिन सवारी। हुण ये तां सिੱਖੀ ਦਾ ना मेन फलसफा कह लो मुख धारा है कि सतगुरु महाराज ने आख्या कि मैं केवल जिहड़ा है ना
ਉਹ ਮੈਂ ਸਰੀਰ ਬਦਲਦਾ, ਮੈਂ ਜੋਤ ਨਹੀਂ ਬਦਲਦਾ, ਮੈਂ ਸੁਭਾਅ ਨਹੀਂ ਬਦਲਦਾ। ਜਿਵੇਂ ਮਹਾਰਾਜ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੋਤ ओहा जुगत साए सह काया फेर पलटिए। महाराज कहते जोत ते जुगती नहीं बदली, केवल शरीर बदलिया है। धन गुरु हरगोबिंद सच्चे पातशाह महाराज पंचम पातशाह धन गुरु अर्जन देव महाराज जी की संतान ने सत्कारयोग माता गंगा जी की कुख तो सतगुरु महाराज जी का प्रकाश वडाली छोटा जिहा एक नगर है जी अमृतसर दे कोल, उस नगर दे विच सतगुरु महाराज जी का प्रकाश होया। हालांकि इतिहास पिछला आखदा है कि महाराज जी के विआह नूं करीबन 21 साल हो चुके ने। माता गंगा धन गुरु अर्जन देव महाराज जी के विआह नूं 21 साल हो चुके ने ते घर च औलाद कोई नहीं। ते पिरथी चंद अपनी घरवाली करमों नूं आखदा है, कहंदे इन्हां दे घर किहड़ी औलाद होनी है, ये सारा कुछ जो कुछ दिसदा पिया है साडे कोल आउणा है। सतगुरु सच्चे पातशाह महाराज जी के महलां नूं पता लग्या। गुरु अर्जन देव महाराज जी के चरणों में माता जी ने बेनती की, सतगुरु महाराज बाबा बुढ़ा साहब जी के कोल भेजा कि उत्थे जाके उस गुरसिख प्यारे तो अरदास कराओ। बाबा बुढ़ा साहब जी अरदास करदे आ ते नाल ये वचन कहे सी, तुमरे ग्रह प्रगटेगा जोधा, कि तेरे घर दे विच जोधा प्रगट होएगा। उनदे वर्गा कोई जोधा संसार में नहीं होएगा, बट जोधा वो परोपकारी दल भंजन, वो दलां दे दलां नूं भंन देगा। फौजा चढ़ के आउंदियां पर सतगुरु महाराज अगे रुक के ठहर के उन्हां विच हौसला नहीं होएगा कि असीं मुकाबला कर सकीए। सतगुरु महाराज पातशाह जी का प्रकाश होया। धन गुरु हरगोबिंद साहिब महाराज जी का नाम जिहड़ा है वो बाबा बुढ़ा साहिब जी ने रखिया। सतगुरु महाराज जिदन प्रकाश हुंदा है, धन गुरु अर्जन देव महाराज सच्चे पातशाह जी ने आप वडाली पिंड तो जिहड़ा लागे ही एक नगर अज वसिया जिन्हों छेहाटा आखदे आ। महाराज ने छेहाटा वाला एक खूह जिहड़ा सी उत्थे लगाया। तुसीं देखो पुराने खूह जिहड़े सन ओह जदों बलदां नाल चलाउणा ते इक्को हट चलदी सी, पर महाराज ने टेक्नोलॉजी की वरतों की ना कि 6 हट्टां इक्के वारी चलणगीਆਂ, पानी बहुता निकलेगा ते ये बहुता पानी बहुते लोकां दी लोड़ां पूरीਆਂ करेगा। महाराज ने 6 हट्टा खूह लवाया। सतगुरु महाराज जी ने जेड़ी विद्या है गुरु हरगोबिंद साहिब महाराज जी दी, ये विद्या भी बाबा बुढ़ा साहिब जी नूं हुक्म कीता कि तुसीं हरगोबिंद जी नूं विद्या देनी आ। ते बाबा बुढ़ा साहिब जी ने 72 तरह की वख-वख विद्या। ਹੁਣ देखो ये सिक्खी के घर दे विच सी ना कि जेड़े अज आखते ने जी गुरु हरगोबिंद साहिब ने शस्त्र चुके, उन्होंने राजनीति कर ली, उन्होंने अमीरी नूं भी साथ दे दिता। उन्होंने इतिहास शायद पढ़िया नहीं कि जदों गुरु नानक देव महाराज उदासियां ते गए, आसा हथ किताब कश महाराज जी के हथ विच सोटा हुंदा सी। कुत्के दे नाल महंत कृपाल दास ने जिहड़ा सी वो भंगाणी दे युद्ध विच लड़े ने। डंडे दे नाल उन्होंने हयात खान दा सिर फेर दिता सी। डंडा भी हथियार है। गुरु धन गुरु अंगद देव महाराज जिहड़ियां कुश्तियां कराउंदे ने, ये भी एक जिहड़ा है वो ताकत दा प्रतीक है। धन गुरु अर्जन देव महाराज जिहड़ा मौ साहब महाराज ने किला पुटिया अपने विआह दे उत्ते, ये भी तां शस्त्र विद्या सी ना, ये भी तां घोड़सवारी सी ना। सतगुरु गुरु हरगोबिंद साहिब महाराज जी नूं 72 तरह की विद्या जिहड़ी सी, तीर अंदाजी जिवें हो गई, तलवार चलाउणी, नेजेबाजी, तैराकी, घोड़सवारी, होर जिहड़ियां भाषावां की विद्या सी, बाबा बुढ़ा साहिब जी ने सिखाउणा कीती। सतगुरु सच्चे पातशाह महाराज हालांकि इतिहास कहता है कि सका ताया जिहड़ा है वो जान दा दुश्मन बनिया पिया है। वो कहता किसी ना किसी तरीके नाल मैं हरगोबिंद नूं खत्म करदा, फिर मेरा पुत्र मेहरबान जिहड़ा है वो गद्दी ते बैठेगा ते ये धन पदार्थ सानू मिलेगा। सतगुरु सच्चे पातशाह महाराज उपर सब तो पहले दाई दे राही वार करवाया। दाई नूं कहा कि तू दुध दे जहर ला के ते हरगोबिंद नूं पियाई, ते मर जाएगा ते तेनू धन बहुत मिलेगा। उस तो बाद विच वो दाई तां मर गई, पर सतगुरु महाराज दा वाल विंगा नहीं होया। फिर एक ब्राह्मण सी, उन्होंने कहा कि किसी खाण वाली चीज दे विच जहर पा के हरगोबिंद नूं दे दो ते हरगोबिंद खत्म होएगा ते तेनू धन बहुत दवांगा। उत्थे भी जिहड़ा सी वो जहर देण वाला पंडित ब्राह्मण खड़ावा सी जिहड़ा, वो तां शूल उठिया। महाराज दे बचन ने जी पानी दे विच सतगुरु महाराज कहंदे ने दुष्ट ब्राह्मण
मुआ होए के सूल, वो ब्रह्म सूल होया ते उनकी मौत हुई। सतगुरु महाराज जी नूं खत्म करने वास्ते ताया पिरथी चंद जिहड़ा है उस पेड़ नूं कहंदे सप छड़ दे कमरे विच, ये सप बालक नूं लड़ेगा ते उहदी मौत हो जाएगी। पर सतगुरु महाराज ने उस सप नूं पटका के मारिया ते सप खत्म हो गया। एक छोटा जिहा बच्चा उन्होंने कहा कि जहर वाली मिठाई तू हरगोबिंद नूं खवानी है। दो जेबां वाला कुर्ता पवाया, एक पासे मिठाई जहर वाली पाई ते दूजे पासे जहर तो बगैर। ते बच्चे नूं कहा कि आ सज्जे पासे वाली जिवें कह दिता, इशारा देता, ए हरगोबिंद नूं खवावी, खब्बे वाली तू खाई, वो खत्म हो जाएगा ते तेरे घर ते असीं पैसे दे ढेर ला देवांगे। होया कि उस बच्चे ने जेहड़ी मिठाई जहर तो बगैर सी ओदा महाराज नूं खवा दित्ती ते जेहड़ी जहर वाली सी वो आप खा गया, भुलेखे दे नाल खाधी। सतगुरु महाराज ने पर चेतक निवार किया। पर लोगों ने बहुत कुछ किया, गुरु अर्जन देव महाराज कोई हीला वसीला करो, पर सतगुरु महाराज इको ही गल आखदे रहे, धार कृपा प्रभ हाथ दे राखिया, हरगोबिंद नवां नरोवा। सतगुरु महाराज जी का प्रकाश हुंदा है जी सन 1595 जून महीना। हुण इतिहास जिहड़े सी दिहाड़े मनाउने आ ना जी, गुरु नानक देव जी का असीं प्रकाश पुरब मनाउने आ ते महाराज का ज्योति जोत पुरब मनाउने आ। दो दिहाड़े मनाउने आ सतगुरां दे। बाकी गुरु साहिबानां दे असीं तीन मनाउने आ, किसी दे चार जां तीन मनाउने, एक ज्योति जोत गुरता गद्दी ते जां शहादत दा दिहाड़ा। धन गुरु हरगोबिंद साहब महाराज ऐसे सतगुरु ने जिन्हां दा प्रकाश दिहाड़ा मनाउने आ, जिन्हां दा मीरी पीरी दिवस मनाउने आ, जिन्हां दा अकाल तख्त दा सिरजना दिवस मनाउने आ, जिन्हां दा बंदी छोड़ दिहाड़ा मनाउने आ, जिन्हां सतगुरु महाराज जी का ज्योति जोत पुरब मनाउने। सब तो ज्यादा दिहाड़े गुरु हरगोबिंद साहब जी दे मनाए जांदे आ। सतगुरु सच्चे पातशाह महाराज धन गुरु हरगोबिंद साहब महाराज जदों अपना 11 साल दे हुंदे ने, 95 दी बरथ है 1595 ते सन 1606 आउंदी आ, केवल उम्र 11 साल बनदी है ते सतगुरु गुरु अर्जन देव महाराज नूं लाहौर लिजाया गया। जान तो पहला सतगुरु गुरु अर्जन देव महाराज ने हरमंदर साहब की परिक्रमा की। बाबा बुड्ढा साहब जी ने कहा कि गुरियाई का तिलक देना है। गुरियाई का तिलक देने तो बाद गुरु अर्जन देव महाराज ने कहा सी, बेटा हरगोबिंद बाबा बुड्ढा साहब जी जिवें भी कहन उवें करना, जेड़ा भी कोई नवा कार्य शुरू करना ते इन्हां दी सलाह दे नाल करना। सतगुरु सच्चे पातशाह महाराज लाहौर गए। महाराज पर यासा दे कानून तहत महाराज नूं शहीद किया गया। 5 दिन के तसीहे ने गुरु अर्जन देव महाराज जी दे। सतगुरु महाराज नूं 3 दिन भुखा रखा गया। महाराज नूं पीण नूं पानी नहीं दिता गया। सतगुरु महाराज नूं पहले 3 दिन जिहड़ा सी ना सौन दिता गया। महाराज नूं चौथे दिन जिहड़ा सी पत्ती तवी ते बिठाया। सतगुरु महाराज जी दे सीस विच गर्म रेत पाई। महाराज जी दा शरीर छली छले सच्चे पातशाह महाराज नूं देग विच उबालिया गया। एक विद्वान सज्जन ने उत्थे 2 अखर लिखे आ। वो कहंदा है कि ਇਹ ਕਿੱਥੇ ਹੋ, ਇਹ ਕੀ ਪਿਆ ਹੁੰਦਾ। गुरु अर्जन जी की पे करदे हो हंस अमरती सरवर दे, क्यों अग दे विच पे सड़दे हो। कि सच्चे पातशाह महाराज आ की किते तां तुहाडे सीस उपर कलश झुलदे सी, किते तुहाडे सीस दे उपर बड़े सुंदर चाननियां लाईयां जांदियां सी। महाराज तुहानू चौर कीते जांदे सी। आ की सच्चे पातशाह महाराज किथे हो, ਇਹ ਕੀ ਪਿਆ ਹੁੰਦਾ। गुरु अर्जन जी की पे करदे हो हंस अमरती सरवर दे, क्यों अग दे विच पे सड़दे हो। हस बोले धन गुरु अर्जन जी, तू मित्रा रमुज पछानी नहीं, मैं तेरे दिल दी जान गया, तू मेरे दिल दी जानी नहीं। गुरु अर्जन देव महाराज मुस्कुरा के आखदे, साईं मियां मीर तू मेरे दिल दी तां जानी नहीं और मैं तेरे दिल दी जानदा सा। सच्चे पातशाह महाराज ने उत्थे आख्या, मैं धरनियां सन 2 नीहां, एक एह ते एक हरमंदर दी। हुण महाराज गुरु अर्जन सच्चे पातशाह जी आखदे ने कि मैं 2 नीहां रखनियां सी, एक आ शहादत दी नी रखनी सी ते एक हरमंदर साहब दी रखनी सी। मैं रखनियां सन 2 नीहां, एक एह ते एक हरमंदर दी। ए मैं रखां ओ तू रखे, ए चाह सी मेरे अंदर दी। महाराज कहंदे मेरे अंदर दी ए चाहत सी, फुरना सी,
कि एक नहीं मैं रखांगा ते एक साईं मियां मीर तुसी रखोगे, हरमंदर दी तुसी रखी ते आ शहादत दी असी रखदे पए आ। महाराज कहंदे इस हरमंदर अंदर शरदा दा एक चूना गारा लगदा है जिहड़ा हरमंदर बनिया। महाराज कहंदे जिंदे मन च शरदा होवेगी, प्रेम होएगा, उनका मन भी हरमंदर बन जाएगा। हरमंदर अंदर शरदा दा एक चूना गाड़ा लगता है, ये महल बनदा तद फकरा जद लहू बेदोशा लगता है। महाराज कहते शहादत दे महल उस दिन बने जिदन बेदोशा लहू डोलिया गया। सतगुरु महाराज जी की शहादत हुंदी आ। धन गुरु अर्जन देव महाराज जी की शहादत तो बाद मीरी पीरी दे मालिक सतगुरु सच्चे पातशाह महाराज उस दिन बाबा बुढ़ा साहब जी नूं हुक्म करदे आ, कहंदे आ कि एक तख्त बनाउणा है, सरकार दे तख्त तो उच्चा तख्त बनाना है। हुण इतिहास पढ़ के देखो, एक लाहौर तख्त है जी, एक फतेहगढ़ सीकरी तख्त सी, एक आगरे तख्त सी ते एक दिल्ली तख्त सी। ये चार तख्त जिहड़े सी इस्लाम दे राजे जिन्ने होए ने, मुगल राजे होए जां पठान राजे होए, उन्हां चारां तख्तां ते राज कीता। फतेहगढ़ सीकरी, आगरा, लाहौर ते दिल्ली, ये चार तख्त सी। सतगुरु महाराज कहते ये तख्तां तो एक उच्चा तख्त बनावांगा, जिस तख्त ते बैठ के सतगुरु सच्चे पातशाह महाराज कहते लोकां नूं उपदेश ते फरमान जारी होंगे। महाराज सच्चे पातशाह ने उस दिन सन 1606 दे विच 15 जून 1606 ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਆ। ਤੇ ਮਹਾਰਾਜ ਨੇ ਇੱਕ ਗੱਲ ਉੱਥੇ ਸਪਸ਼ਟ ਕਹੀ ਸੀ ਕਿ ਅਕਾਲ ਤਖਤ ਜਿਹੜਾ ਹੈ ਇਹਨੂੰ ਕੋਈ ਰਾਜ ਮਿਸਤਰੀ ਨਹੀਂ ਬਣਾਏਗਾ, ਇਹਨੂੰ ਉਹ ਇੱਟਾਂ ਲਾਉਣਗੇ ਜਿਨ੍ਹਾਂ ਨੇ ਜੀਵਨ ਵਿੱਚ ਬੰਦਗੀ ਕੀਤੀ, ਜਿਨ੍ਹਾਂ ਨੇ ਜੀਵਨ ਵਿੱਚ ਸੇਵਾ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਬਚਨ ਨੇ ਉਹ ਲਿਖੇ ਨੇ ਇਤਿਹਾਸ ਦੇ ਵਿੱਚ ਕਿ ਕਿਸੇ ਰਾਜ ਨਾਲ ਹੱਥ ਲਗਾਇਓ, ਬੁੱਢਾ ਉਹ ਗੁਰਦਾਸ ਬਣਾਇਓ। ਕਿਸੇ ਰਾਜ ਮਿਸਤਰੀ ਨੇ ਇੱਟ ਨਹੀਂ ਲਾਈ। बाबा बुढ़ा साहब ते भाई गुरदास साहब जिहड़े सन उन्हां ने अपने हथीं इस तख्त नूं तैयार कीता ते नाम रखिया गया अकाल तख्त। अकाल दे अर्थ ने जे काल कहंदे आ समय नूं, काल कहंदे ने मौत नूं। सच्चे पातशाह महाराज कहंदे ऐसा तख्त बनावांगा जिहड़ा रहंदी दुनिया तक रहेगा। मिटाउण वाले मिट जाणगे। और जून 84 ਵਿੱਚ ਵੀ ਤਾਂ ਹਮਲਾ ਹੋਇਆ ਨਾ, ਅਕਾਲ ਤਖਤ ਸਾਹਿਬ ਨੂੰ ਢਾਉਣ ਦੇ ਯਤਨ ਕੀਤੇ, ਤੋਪਾਂ ਤੇ ਟੈਂਕ ਚਲਾਏ ਗਏ, ਪਰ ਦੇਖੋ ਜਿਹੜੇ ਚਲਾਉਣ ਵਾਲੇ ਸੀ ਉਹਨਾਂ ਦੇ ਖਾਨਦਾਨ ਖਤਮ ਹੋਣ ਦੇ ਕੰਢੇ ਤੇ ਨੇ, ਪਰ ਜਿਹੜੇ ਤਖਤ ਨੂੰ ਢਾਉਂਦੇ ਪਏ ਸੀ ਉਹ ਅੱਜ ਵੀ ਉਸੇ ਤਰ੍ਹਾਂ ਬੁਲੰਦ ਤੇ ਲੱਖਾਂ ਲੋਕ ਜਿਹੜੇ ਨੇ ਅੱਜ ਵੀ ਉੱਥੇ ਨਤਮਸਤਕ ਹੁੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਨੇ ਤਖਤ ਦੀ ਸਿਰਜਣਾ ਕੀਤੀ। ਇਹ ਤਖਤ ਜਿਹੜਾ ਸੀ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਿਲਕੁਲ श्री हरमंदर साहब जी के सामने बनाया गया। और महाराज ने एक सिद्धांत दे दिता कि ना सोचियो कि धर्म का जिहड़ा केंद्र है वो केवल माला फड़न जोगा है। धर्म दे विच ताकत भी जरूरी आ। जे ताकत नहीं होएगी तो कोई भी आएगा तो तुहाडी माला होके ले जाएगा। महाराज सच्चे पातशाह जी ने तख्त बनाया। सच्चे पातशाह महाराज फिर तख्त ते जदों बैठे तन बाबा बुढ़ा साहब जी ने 2 किरपाना पहनाइया गई। उन्होंने असीं आखदे आ मीरी ते पीरी दी तलवारां। सतगुरु महाराज पातशाह मीरी जिहड़ी है उन्होंने ताकत दा प्रतीक मानते ने, शक्ति दा प्रतीक मानते ने, ते जिहड़ी पीरी है उन्होंने धर्म दा प्रतीक मन्निया। हरमंदर साहब जाओ असीं कहांगे कि राजनीति गुरुद्वारिਆਂ ਵਿੱਚ नहीं, महाराज कहंदे ने हुण ते असीं होर पासे ਨੂੰ सोचना शुरू करता ना। पहलों जो स्कूल कॉलेज यूनिवर्सिटियां नहीं सन, सिख जो धार्मिक विद्या लैनी वो भी गुरु घर दे विचों मिलनी। सिखां दे शस्त्र सिखने वो भी गुरु घर सिखाए जाने। सिखां नूं राजनीति की जेकर विद्या लैनी ते वो भी गुरु घरां विच सिखाई जाती सी। पर अज असीं जिहड़ा है साडा पता नहीं किवें माइंड वॉश लोकां ने कर दिता, असीं होर पासे तुर पे। महाराज कहंदे नहीं, जेकर धर्म बिना लहरात चले है, रात बिना सब डरे मरे हैं। जे धर्म नहीं होएगा ना तो जिहड़ा कल्ली ताकत जेकर होएगी ते वो ताकत किसी का भला नहीं करेगी, नुकसान करेगी। सच्चे पातशाह महाराज ने 2 निशान जिहड़े दिते हरमंदर साहब के बिल्कुल सामने असीं देखते हैं कि 2 निशान साहब ने। जिहड़ा हरमंदर साहब वाले पासे का निशान साहब है उन्होंने उच्चा रखा गया,
ਜਿਹੜਾ ਅਕਾਲ ਤਖਤ ਸਾਹਿਬ ਵਾਲੇ ਪਾਸੇ ਦਾ ਨਿਸ਼ਾਨ ਸਾਹਿਬ ਹੈ ਉਹਨੂੰ ਨੀਵਾਂ ਰੱਖਿਆ ਗਿਆ ਔਰ ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਧਰਮ ਦੇ ਅਧੀਨ ਹੈ ਰਾਜਨੀਤੀ। ਰਾਜਨੀਤ ਪ੍ਰੀਤ ਰੀਤ ਪ੍ਰਜਾ ਕੋ ਸੁਖੇ ਸੁਖ। ਮਹਾਰਾਜ ਕਹਿੰਦੇ ਰਾਜਨੀਤੀ ਤਾਂ ਪ੍ਰਜਾ ਨੂੰ ਸੁਖ ਦੇਣ ਵਾਸਤੇ ਸੀ। ਅੱਜ ਦੁਨੀਆ ਤੁਸੀਂ ਹਰ ਕਿਸੇ ਦੇਸ਼ ਵਿੱਚ ਜਾ ਕੇ ਪੁੱਛੋ ਕਿ ਰਾਜਾ ਕਿਵੇਂ ਦਾ ਹੋਵੇ, ਰਾਜ ਕਿਵੇਂ ਦਾ ਹੋਣਾ ਚਾਹੀਦਾ ਹੈ, ਤੇ ਸਾਰੇ ਇੱਕੋ ਗੱਲ ਕਹਿਣਗੇ ਰਾਜਾ ਹੋਵੇ ਮਹਾਰਾਜਾ ਰਣਜੀਤ ਸਿੰਘ ਵਰਗਾ, ਤੇ ਰਾਜ ਹੋਵੇ ਜਿਹੜਾ ਪੰਜਾਬ ਚ ਉਹਨੇ 59 ਸਾਲ ਕੀਤਾ। ਇਸ ਕਰਕੇ ਸੀ ਨਾ ਕਿਉਂਕਿ ਉਹ ਰਾਜਾ ਧਰਮੀ ਸੀ, ਉਹਨੇ ਸਾਰਿਆਂ ਨੂੰ ਪਿਆਰ ਕੀਤਾ। ਉਹਨੇ ਇਹ ਨਹੀਂ ਕਿਹਾ ਕਿ ਹਿੰਦੂ ਕੌਣ ਮੁਸਲਮਾਨ ਕੌਣ, ਮੈਂ ਤਾਂ ਸਿੱਖ ਨਹੀਂ। ਸਤਿਗੁਰੂ ਮਹਾਰਾਜ ਜੀ ਦੀਆਂ ਬਾਹਾਂ, ਗੁਰੂ ਨਾਨਕ ਦੇਵ ਜੀ ਦੀਆਂ ਬਾਹਾਂ ਇੰਨੀਆਂ ਕੁ ਵਿਸ਼ਾਲ ਨੇ ਕਿ ਸਾਰੇ ਧਰਮਾਂ ਦੇ ਲੋਕ ਉਹਦੀਆਂ ਬਾਹਾਂ ਵਿੱਚ ਸਮਾ ਜਾਂਦੇ ਆ। ਸਿੱਖ ਦਾ ਹਿਰਦਾ ਵੀ ਇੰਨਾ ਵਿਸ਼ਾਲ ਹੈ, ਇੱਥੇ ਕਿੰਤੂ ਪਰੰਤੂ ਨਹੀਂ, ਇੱਥੇ ਕਿਸੇ ਨਾਲ ਈਰਖਾ ਨਹੀਂ। ਜਿਹੜਾ ਵੀ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਮਹਾਰਾਜ ਉਹਨੂੰ ਸੀਨੇ ਨਾਲ ਲਾ ਲੈਂਦੇ ਨੇ, ਉਹਨੂੰ ਮਹਾਰਾਜ ਗਰਵਕੜੀ ਵਿੱਚ ਲੈ ਲੈਂਦੇ ਨੇ। ਹੁਣ ਜਨੇਊ ਤੇ ਕਿਸੇ ਦਾ ਲੱਥਦਾ ਪਿਆ ਹੈ ਨਾ, ਤਿਲਕ ਤੇ ਕਿਸੇ ਦਾ ਖਤਮ ਹੁੰਦਾ ਸੀ, ਧਰਮ ਵੀ ਉਹਨਾਂ ਦਾ ਦੂਸਰਾ। ਪਰ ਜੇਕਰ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਦੀ ਸ਼ਰਨ ਵਿੱਚ ਆਏ ਮਹਾਰਾਜ ਕਹਿੰਦੇ ਜਾਓ ਬੱਚਿਓ ਤੁਸੀਂ ਘਰੇ ਜਾ ਕੇ ਸੁਖੀ ਵਸੋ, ਤੁਹਾਡੇ ਧਰਮ ਮੰਦਿਰਾਂ ਦੇ ਦੀਵੇ ਮੈਂ ਨਹੀਂ ਬੁਝਣ ਦਵਾਂਗਾ, ਭਾਵੇਂ ਉਹਨਾਂ ਦੀਵਿਆਂ ਵਿੱਚ ਮੈਨੂੰ ਆਪਣਾ ਖੂਨ ਪਾ ਕੇ ਕਿਉਂ ਨਾ ਬਲਦਾ ਰੱਖਣਾ ਪਵੇ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿੱਦਣ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਉਦਣ ਇਤਿਹਾਸ ਦੇ ਬਚਨ ਸੀ। ਨੱਥਾ ਤੇ ਅਬਦੁੱਲਾ ਢਾਡੀ ਉੱਥੇ ਆਏ, ਉਹਨਾਂ ਨੇ ਵਾਰ ਗਾਏ, ਉਹਨਾਂ ਨੇ ਕਿਹਾ ਕਿ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਉਹ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਪੱਗ ਤੇਰੀ ਕੀ ਜਹਾਂਗੀਰੀ ਦੀ। ਮਹਾਰਾਜ ਤੇਰੀ ਦਸਤਾਰ ਦੇ ਅੱਗੇ ਸਮੇਂ ਦਾ ਜਿਹੜਾ ਬਾਦਸ਼ਾਹ ਹੈ ਉਹਦੀ ਜਿਹੜੀ ਤਾਕਤ ਹੈ ਉਹ ਵੀ ਹਲਕੀ ਮਹਿਸੂਸ ਹੁੰਦੀ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜਾ ਪਹਿਲਾ ਹੁਕਮਨਾਮਾ ਜਾਰੀ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਨੇ ਉਦੋਂ ਹੁਕਮ ਜਾਰੀ ਕੀਤਾ, ਕਹਿਣ ਲੱਗੇ ਕਿ ਅੱਜ ਤੋਂ ਬਾਅਦ ਲੜਨਾ ਨਹੀਂ ਆ, ਸਿੱਖਾਂ ਨੇ ਲੜਨਾ ਨਹੀਂ। ਜੇ ਲੜਾਈ ਹੋਵੇ ਤਾਂ ਆਪਸ ਵਿੱਚ ਸੁਲ੍ਹਾ ਕਰਿਓ, ਜੇ ਨਾ ਝਗੜਾ ਮੁੱਕੇ ਤਾਂ ਸਰਕਾਰੀ ਦਰਬਾਰੇ ਨਾ ਜਾਇਓ, ਇੱਥੇ ਅਕਾਲ ਤਖਤ ਤੇ ਆਇਓ, ਇੱਥੇ ਫੈਸਲੇ ਕੀਤੇ ਜਾਣਗੇ। ਮਹਾਰਾਜ ਨੇ ਸਿੱਖਾਂ ਦੇ ਧਾਰਮਿਕ ਮਸਲੇ, ਰਾਜਨੀਤਿਕ ਮਸਲੇ, ਜਿਹੜਾ ਵੀ ਸਿੱਖਾਂ ਵਿੱਚ ਮਸਲਾ ਹੋਣਾ ਮਹਾਰਾਜ ਨੇ ਉੱਥੇ ਵਿਚਾਰਨਾ। ਔਰ ਇਹ ਗੱਲਾਂ ਜਿਹੜੀਆਂ ਸਨ ਸਮੇਂ ਦੀ ਹਕੂਮਤ ਦੇ ਕੰਨਾਂ ਵਿੱਚ ਵੀ ਪਈਆਂ। ਉਹਨਾਂ ਨੇ ਇਸੇ ਕਰਕੇ ਮਹਾਰਾਜ ਨੂੰ ਕਿਹਾ ਸੀ ਕਿ ਗ੍ਰਿਫਤਾਰ ਕਰੋ ਤੇ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰੋ। ਪਰ ਗੁਰੂ ਨੂੰ ਕੋਈ ਨਹੀਂ ਕੈਦ ਕਰ ਸਕਦਾ, ਇਹ ਤਾਂ ਗੁਰੂ ਦਾ ਬਿਰਧ ਹੈ ਕਿ ਉਹ 52 ਦੀਆਂ ਅਰਦਾਸਾਂ ਸੁਣ ਕੇ ਮਹਾਰਾਜ ਆਪ ਕਿਲੇ 'ਚ ਕੈਦ ਹੋਏ ਤੇ ਉਹਨਾਂ ਨੂੰ ਰਿਹਾ ਕਰਵਾ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜਿੱਦਣ ਮੇਰੀ ਪੀੜੀ ਦੀਆਂ ਤਲਵਾਰਾਂ ਪਹਿਨੀਆਂ ਤਖਤ ਤੇ ਬੈਠੇ, ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਕੱਲਾ ਦੂਜੀਆਂ ਵਸਤਾਂ ਭੇਟਾਂ ਨਹੀਂ ਲਿਆਉਣੀਆਂ, ਅੱਜ ਤੋਂ ਬਾਅਦ ਚੰਗੇ ਨੌਜਵਾਨ ਮੇਰੀ ਹਜ਼ੂਰੀ ਵਿੱਚ ਆਉਣ, ਫੌਜ ਤਿਆਰ ਕਰਾਂਗਾ। ਮਹਾਰਾਜ ਨੇ ਕਿਹਾ ਚੰਗੇ ਨਸਲ ਦੇ ਘੋੜੇ ਲੈ ਕੇ ਆਉਣੇ, ਸਤਿਗੁਰੂ ਮਹਾਰਾਜ ਨੇ ਕਿਹਾ ਚੰਗੇ ਸ਼ਸਤਰ ਲੈ ਕੇ ਆਉਣੇ। ਔਰ ਇਹ ਮਹਾਰਾਜ ਦਾ ਬਿਰਧ ਆ ਜੀ, ਤੇ ਸਿੱਖ ਦਾ ਸੁਭਾਅ ਹੈ। ਤੁਸੀਂ ਕੋਈ ਗੁਰੂ ਘਰ ਜਾ ਕੇ ਦੇਖੋ, ਸਭ ਤੋਂ ਉੱਪਰ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਤੇ ਸਾਹਮਣੇ ਜਿਹੜੇ ਨੇ ਉਹ ਸ਼ਸਤਰ ਸਜਾਏ ਜਾਂਦੇ ਆ, ਉੱਪਰ ਪੀਰੀ ਹੈ ਤੇ ਸਾਹਮਣੇ ਮੀਰੀ ਹੈ। ਮਹਾਰਾਜ ਨੇ ਕਿਹਾ ਨਮੋ ਸ਼ਸਤਰ ਸ਼ਸਤਰਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ ਕਿ ਜਿਹੜਾ ਹੈ ਅਸ ਕਿਰਪਾਨ ਖੰਡੋ ਖੜਗ ਤੇਗ ਤੁਪ ਕਰ ਤੀਰ। ਸਤਿਗੁਰੂ ਮਹਾਰਾਜ ਕਹਿੰਦੇ ਇਹ ਸਾਰੇ ਮੇਰੇ ਪੀਰ ਨੇ ਮੇਰੇ ਵਾਸਤੇ, ਸੈਫ ਸਰੋਹੀ ਸਹਿਮਤੀ ਜਹੀ ਹਮਾਰੇ ਪੀਰ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਦਣ ਤਲਵਾਰਾਂ ਪਹਿਲੀਆਂ, ਜਿੱਦਣ ਤਖਤ ਤੇ ਬੈਠੇ, ਉਦੋਂ ਇੱਕ ਫਕੀਰ ਆਇਆ ਜੀ। ਇਤਿਹਾਸ ਨੇ ਉਹਦਾ ਨਾਮ ਲਿਖਿਆ ਸਮਰੱਥ ਰਾਮਦਾਸ। ਉਹਨੇ ਆ ਕੇ ਨਾ ਕਿੰਤੂ ਕੀਤਾ, ਕਹਿਣ ਲੱਗੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਤੇ ਬੈਠੇ ਆ, ਫੌਜਾਂ ਰੱਖੀਆਂ, ਕੁੱਤੇ ਰੱਖੇ, ਸ਼ਿਕਾਰ ਕਰਦੇ ਨੇ, ਜੰਗਾਂ ਲੜਦੇ ਪਏ ਨੇ। ਸੱਚੇ ਪਾਤਸ਼ਾਹ ਮਹਾਰਾਜ 2-2 ਤਲਵਾਰਾਂ ਪਹਿਨ ਕੇ ਰੱਖੀਆਂ। ਇਵੇਂ ਮਹਿਸੂਸ ਹੁੰਦਾ ਹੈ ਕਿ ਗੁਰੂ ਨਾਨਕ ਦਾ ਭਗਤੀ ਦਾ ਜਿਹੜਾ ਚੱਲਿਆ ਸੀ ਨਾ ਝਰਨਾ, ਬਾਣੀ ਦਾ ਝਰਨਾ ਚੱਲਿਆ ਸੀ, ਉਹ 6ਵੀਂ ਪਾਤਸ਼ਾਹੀ ਤੇ ਆ ਕੇ ਸੁੱਕ ਗਿਆ ਹੈ। ਸਤਿਗੁਰੂ ਮਹਾਰਾਜ ਨੂੰ ਪਤਾ ਲੱਗਿਆ, ਮਹਾਰਾਜ ਨੇ ਭਰੇ ਦਰਬਾਰ ਦੇ ਵਿੱਚ ਉਸ ਨੂੰ ਸੱਦਿਆ, ਸਮਰੱਥ ਰਾਮਦਾਸ ਨੂੰ। ਉਹਨੇ ਸਤਿਗੁਰੂ ਮਹਾਰਾਜ ਨੂੰ ਇੱਕ ਗੱਲ ਆਖੀ, ਕਹਿਣ ਲੱਗੇ ਕਿ ਗੁਰੂ ਨਾਨਕ ਨੇ ਭਗਤੀ ਦੀ ਗੱਲ ਕੀਤੀ,
सतगुरु महाराज ने संसार को त्यागा। उस विद्वान ने आख्या, समर्थ रामदास कहता गुरु हरगोबिंद साहब जी, गुरु नानक ने संसार को त्यागा, माला पकड़ी, तुसी जिहड़ा सी ओ तख्त तो ताज ते बैठे, ये तां गल रलदी कोई नहीं ना। सतगुरु महाराज ने उत्थे एक उत्तर दिता है जी। महाराज सच्चे पातशाह आखदे ने, कहन लगे समर्थ रामदास, असल दे विच जिहड़ा साडा सुभाਅ नहीं तू समझिया। महाराज जी दे उत्ते बचन सन, इतिहास लिखदा है कि बातन अमीरी ज़ाहिर फकीरी, गरीब की रखिया ज़रवाने की पखिया। महाराज कहते आ जिहड़ा देखदे पए हो ना, ये बाहरी तौर ते केवल अमीरी आ, मेरे अंदर नूं पुछ के देखो, मेरा रोम रोम जिहड़ा है गुरु नानक दी बाणी विच रंगिया पिया है। मेरे अंदर बाणी तो बगैर, फकीरी तो बगैर होर कुछ भी नहीं आ। सतगुरु महाराज सच्चे पातशाह आखदे ने कि बातन अमीरी ज़ाहिर फकीरी, गरीब की रखिया ज़रवाने की पखिया। कहते जे अमीरी विखावे दी ते हथियार क्यों? तन गुरु हरगोबिंद साहब महाराज आखते ने गरीब की रखिया, हथियार ने ते गरीब की रखिया होगी। जिवें सतगुरु बाणी च आखदे ना कि सूरा सो पहचानिए जो लड़े दीन के हेत। दीन गरीब नूं भी आखदे आ ते दीन किसी दे धर्म नूं भी आखिया कि जिहड़ा दूजे दे धर्म वास्ते जां जिहड़ा धर्म नूं बचाउण वास्ते जां जिहड़ा गरीब दी रखिया करन वाला है ना, ओ सूरमा है। महाराज कहते ने गरीब की रखिया, ते कहते जे गरीब की रखिया ते दो क्यों? सतगुरु महाराज कहते ने ज़रवाने की पखिया। पखिया कहते जी भाषा लैंग्वेज, कहते जिहड़ा फौजां लैके आउंदा है ना, ਉਹਨੂੰ ਭਾਸ਼ਾ नहीं चंगियां लगदियां, ਉਹਨੂੰ कोई भी भाषा बोल के देखो, वो कहेगा नहीं मैं तो कब्जा करने वास्ते आया, मैं ते लड़न वास्ते आया। महाराज कहते फिर उनकी भाषा दे विच ਉਹਨੂੰ जवाब देने वास्ते हथियार पहने हुए ने। सतगुरु सच्चे पातशाह महाराज ने जो ये गल आखी ते समर्थ रामदास आखता, कहता महाराज ये बात हमें भी भावती है। सच्चे पातशाह महाराज कहते गुरु नानक ने संसार को नहीं त्यागा, गुरु नानक देव महाराज ने अंतर आप में से संसार की मोह माया को त्यागा। असीं तां ये क्या महाराज ने संसार छड्डिया, पर सच्चे पातशाह महाराज कहते नहीं, संसार नहीं छड्डिया, सतगुरु सच्चे पातशाह ने अंतर आत्मे तो मोह माया ने त्यागया है। वल जोधा बहुत परोपकारी एक जंग हुई आ जी श्री हरगोबिंदपुर साहिब दी। काले खां सतगुरु महाराज नाल लड़दा पिया है। देखो महाराज ने जेकर दो तलवारां पहनियां ना, ते मीरी ते पीरी दियां, महाराज ने पीरी दी तलवार नाल एक भी जंग नहीं लड़ी। चारां दे विचों एक जंग पीरी दी तलवार नाल नहीं लड़ी, मीरी दी कृपान नाल लड़ी। सतगुरु महाराज जी ने महाराज जी दे सामने लड़दा पिया सी जी काले खां। श्री हरगोबिंदपुर साहिब दी तीसरी लड़ाई आ। महाराज जी तो लड़दे पए ने ते महाराज जी दी तलवार उत्थे टुटी आ। और सच्चे पातशाह महाराज एक तलवार टुटी, दूजी कोल सी पीली वाली। महाराज ने तलवार नहीं कटी। महाराज इन्ने क बलशाली सन सच्चे पातशाह महाराज। उन्होंने उस काले खां जिहड़ा बड़ा योधा सी उस वेले दा, महाराज ने उन्हें बाहां तो चुकिया, बाह न चुकी उन्हें जमीन ते पटक के मारिया। वो इवें आके उनका सिर खुल गया जिवें घड़े का किसी ने मटका धरती दे उत्ते सुੱਟ दिता होवे। ते परोपकारी इन्ने कि चौथी जंग दे विच पैंदे खां लड़दा पिया है। महाराज कहंदे ने पहलों तू वार कर, उन्हें 3 वार कीते, महाराज ने तिन्ने रोके। ते जदों महाराज वार करदे आ ते ओ धरती ते डिगा पिया, बेहोशी दी हालत। अंतिम समा आ गया ते धुप बड़ी तेज, महाराज ने ऊपर ढाल कर दी, चेहरे ते छां कीती आ। ते महाराज जद सामने उनकी अखां खुलियां ते उन्हें महाराज जी दे सामने हाय जदों कीता ना, हाय सच्चे पातशाह महाराज कहते ने हुण हाय हाय करन दा समा नहीं, हुण हाय मां ना आख, हुण अल्लाह नूं याद कर, तेरा समा नजदीक आया। बड़ योधा बहुत परोपकार करदे ने कि वो पहले खां आखदा नहीं सतगुरु मैं तेरी शरण विच रिहा, तेरे घर दे विचों खादा, तुसी मेरी परवरिश कीती, मैं तुहाडे खिलाफ होया, तुसी बख्श दिता, मैं खुदा दे घर विच बख्शिया जावांगा। सच्चे पातशाह महाराज मैनूं होर कोई कलमा पढ़न की लोड़ नहीं। सच्चे पातशाह महाराज ने फिर ये सानू सिद्धांत दे दिता सी।
कि जिहड़ा सिख है उनके जीवन में दोनों गल्लां चाहिए ने, धर्म भी चाहिए, राजनीति भी चाहिए है। ये नहीं कि असी एक पक्ष नूं लैके अगे चलना है। गुरु गोबिंद सिंह महाराज सच्चे पातशाह जिहड़ा खंडा वरतिया जी अमृत छकाउण वेले, विद्वान कहते ने खंडा दो धारी है ते तलवार जिहड़ी है वो एक धार दी हुंदी है। दो तलवारां गुरु गोबिंद सिंह महाराज ने जोड़ दित्तियां, मीरी ते पीरी नूं जोड़ के सतगुरु महाराज ने खंडा तैयार करके सिख के जीवन में ताकत का जिहड़ा सी भगती का सुमेल दे दिता। दया सिंह जी, धर्म सिंह जी, हिम्मत सिंह, मोहकम सिंह, साहिब सिंह, ये सारे जो गुणां नूं तुसीं पढ़ोगे ना, दया नूं पढ़ोगे, धर्म नूं पढ़ोगे, हिम्मत नूं पढ़ोगे, मोहकम नूं पढ़ोगे ते अखीर ते जिहड़ा साहिब नूं पढ़ोगे, ये सारा मीरी ते पीरी का सिद्धांत है। सतगुरु महाराज जी के बचन सन। महाराज कहते सी इन गरीब सिखन को देव पातशाही, याद करे हमरी बुराई। जिंदे को अपनी होंद कोई नहीं ना, जिंदे को अपनी हस्ती कोई नहीं आ, उन कोई भी आएगा ते दबा देगा। उस संसार दी कौमां च बहुत सारे ऐसे धर्म सी जिहड़ा समा आया ते होंद उन्हां दी खत्म हुई। सतगुरु महाराज ने सानू होंद वास्ते, अपनी जित वास्ते महाराज ने दोनों गुण दे दिते। ते खुशी इस गल दी है कि इस स्थान दे उत्ते गुरु हरगोबिंद साहिब महाराज जी दा उपदेश मीरी ते पीरी दोनों नूं लैके तुसीं तुरदे पए हो। सतगुरु सच्चे पातशाह महाराज ने पहला जथेदार जिहड़ा अकाल तख्त साहिब दा भाई गुरदास साहिब जी नूं थापिया। सतगुरु महाराज जी दे घर दे इस स्थान दे दूसरे जथेदार जिन्हां दा शहीदी दिहाड़ा मनाउंदे पए भाई मनी सिंह साहिब जी, जिन्हां दा जन्म जिहड़ा है वो अलीपुर पाकिस्तान दे विच होया। पिता माई दास सन। उस वेले गुरता गद्दी ते धन गुरु हरराय साहिब महाराज मौजूद ने ते जिदन पहले दिन दर्शन कीते सन 1644 गुरु गोबिंद सिंह महाराज तो 22 साल वड्डे सन भाई मनी सिंह साहिब। ते देखो 1644 दे विच जदों जन्म होया, पिता माई दास जिहड़े सन वो नाल लैके गए ते नाम रखिया सी मनी राम। गुरु हरराय साहिब जी की शरण विच गए, महाराज जी दे दर्शन कीते। उस वेले 11 साल उम्र सी भाई मनी सिंह जी दी। ते जदों 11 साल दी उम्र च भाई मनी सिंह जी ने गुरु हरराय साहिब जी दे दर्शन कीते ते सतगुरु महाराज कहंदे नाम की रखिया? कहने लगे जी नाम रखिया कि मनिया। गुरु हरराय साहिब ने आसीस दी, ये मनिया होए को गुनिया। महाराज कहते मनी सिंह ये मनिया जिहड़ा है ये बहुत गुणवान होवेगा। सच्चे पातशाह महाराज जी की शरण 2 साल रहे। उन्हां दा बाबा लखी शाह बंजारा दी बच्ची धी बीबी सीतो दे नाल उन्हां दा विआह होया। घर दे विच 10 पुत्रां ने जन्म लिया ते ओह 10 पुत्र जिहड़े ने उन्हां ने शहादत दा इल्जाम कीता है। सतगुरु महाराज जी का सिख भाई मनी सिंह 12 भरा सन। 12 दे विचों एक भरा जिहड़ा सी ओह बचपन च बीमार होया ते चढ़ाई कर गया। बाकी 11 भरा जिहड़े सन उन्हां सिੱਖੀ दे वास्ते शहादतां कीतियां। शहादतां दे जाम कीते। दादा बल्लू धन गुरु हरगोबिंद साहिब महाराज मीरी पीरी दे मालक, सतगुरां दी पहली जंग अमृतसर दी जिहड़ी बाज दी लड़ाई आ, गुरु हरगोबिंद साहिब महाराज कहंदे सी जदों बाज सिख खो के ले आए ना मुगलां दा जित लिया, ਉਹ ਕਹਿਣ ਬਾਜ ਦਾ ਸਾਡਾ ਰਾਜ। ਉਹ ਕਹਿੰਦੇ ਕਿਹੜਾ ਰਾਜ? ਕਹਿੰਦੇ ਹੁਣ ਰਾਜ ਰੂਜ ਕੋਈ ਨਹੀਂ ਰਹਿਣਾ, ਇਹ ਤੇ ਸਿੱਖ ਰਾਜ ਕਰਨਗੇ। ਤੇ ਮਹਾਰਾਜ ਗੁੱਸੇ ਨਹੀਂ ਹੋਏ ਕਿ ਤੁਸੀਂ ਖੋ ਕੇ ਲਿਆਂਦਾ ਬਾਜ। ਮਹਾਰਾਜ ਕਹਿੰਦੇ ਨੇ ਤਾਜ ਪਰ ਤੁਮਸੇ ਸਭ ਲੀਨਾ, ਤੁਮਸੇ ਸ਼ੀਨ ਇਨ ਗਰੀਬ ਸਿੱਖਣ ਕੋ ਦੇਣਾ। ਮਹਾਰਾਜ ਕਹਿੰਦੇ ਤੁਹਾਡਾ ਬਾਜ ਵੀ ਖੋਇਆ, ਤੁਹਾਡਾ ਤਾਜ ਵੀ ਖੋਵਾਂਗੇ ਤੇ ਇਸ ਬਾਜ ਤੇ ਤਾਜ ਨੂੰ ਜਿਹੜਾ ਉਹ ਸਿੱਖਾਂ ਨੂੰ ਦਸੀ ਦਵਾਂਗੇ। ਉਹ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ। महाराजा रणजीत सिंह ने राज किया, मिसलों का राज चलिया। सिख अज भी जिथे जिंदा है ना, और जिहड़ा भाई दया सिंह दया धर्म जिहड़े ये गुण ने ते साहिब जिहड़ा है वो एक कल्ले सिख दे अंदर भी जज्बा है कि मैं सिੱਖੀ दे विच महाराज ने पातशाहियां बख्शियां। नवाब कपूर सिंह नूं जिद्दों नवाबी दित्ती आ ते जिन्हों नवाबी दा थाल देण वो कहे जी मैं की करना, सानू ते गुरु ने पातशाहियां दित्तियां, नवाबी की करनी है। सच्चे पातशाह महाराज ने हिरदे विच रख दिता, जज्बा दे दिता। भाई मनी सिंह साहब उन्हां दे जिहड़ा पहला अमृत संचार होया,
ਉਹਦੇ ਵਿੱਚ ਭਾਈ ਮਨੀ ਸਿੰਘ ਤੇ ਉਹਨਾਂ ਦੇ 5 ਪੁੱਤਰ ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਜਬ ਸਿੰਘ, ਭਾਈ ਅਨੇਕ ਸਿੰਘ ਤੇ ਭਾਈ ਬਚਿੱਤਰ ਸਿੰਘ ਦੇ ਨਾਲ ਇੱਕ ਹੋਰ ਸਿੱਖ ਸਨ। ਉਹਨਾਂ ਨੇ ਇਹਨਾਂ 5 ਪੁੱਤਰਾਂ ਨੇ ਅੰਮ੍ਰਿਤ ਛਕਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ 'ਚ ਦੀਵਾਨ ਦੀ ਉਪਾਧੀ ਰਹੀ। ਜੇਕਰ ਹਰਿਮੰਦਰ ਸਾਹਿਬ ਦਾ ਪ੍ਰਬੰਧ ਜਿਹੜਾ ਸੀ ਇਹਨਾਂ ਮਸੰਦਾ ਮੀਨਿਆਂ ਨੇ ਖਰਾਬ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਾਈ ਮਨੀ ਸਿੰਘ ਨੂੰ ਪਹਿਲੋਂ ਭੇਜਿਆ। ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ। ਉਦੋਂ 1734 ਦੇ ਵਿੱਚ ਮਾਤਾ ਸਤਿਗੁਰੂ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਹਰਿਮੰਦਰ ਸਾਹਿਬ ਦਾ ਹੈਡ ਗ੍ਰੰਥੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਹੈਡ ਗ੍ਰੰਥੀ ਜਿਹੜਾ ਸੀ ਉਹ ਭਾਈ ਮਨੀ ਸਿੰਘ ਸਾਹਿਬ ਨੂੰ ਥਾਪਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਹ ਦੂਸਰੇ ਜਥੇਦਾਰ ਬਣੇ। ਦੂਸਰੇ ਜਥੇਦਾਰ ਤੇ ਹਰਿਮੰਦਰ ਸਾਹਿਬ ਦੇ ਜਿਹੜੇ ਸਨ ਉਹ ਤੀਸਰੇ ਗ੍ਰੰਥੀ ਬਣੇ। ਪਹਿਲੇ ਬਾਬਾ ਬੁੱਢਾ ਜੀ, ਦੂਸਰੇ ਭਾਈ ਗੁਰਦਾਸ ਜੀ ਤੇ ਤੀਸਰੇ ਸਨ ਭਾਈ ਮਨੀ ਸਿੰਘ ਸਾਹਿਬ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਘਰ ਦੀ ਸੇਵਾ ਕੀਤੀ। ਦਸਮ ਗ੍ਰੰਥ ਦੀ ਜਿੰਨੀ ਬਾਣੀ ਆ ਅਧ ਕੀਰਤੂ ਵੀ ਕਈ ਕਰਦੇ ਨੇ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਮੁੱਚੀ ਬਾਣੀ ਉਹਨੇ ਇਕੱਤਰ ਕੀਤੀ ਆ ਜਿੰਦਾ ਬੰਦ ਕੱਟਿਆ ਗਿਆ। ਜਿਹਨੇ ਆਪਣੇ ਸਰੀਰ ਦਾ ਬੰਦ ਕਟਾ ਦਿੱਤਾ ਤੇ ਬੰਦ ਕੱਟਦਿਆਂ ਹੋਇਆਂ ਟੋਕਰੇ ਦੇ ਵਿੱਚ ਢੇਰ ਲੱਗਦਾ ਪਿਆ ਬੰਦਾਂ ਦਾ, ਟੁਕੜਿਆਂ ਦਾ, ਪਰ ਉਹਨਾਂ ਟੁਕੜਿਆਂ ਦੇ ਵਿੱਚੋਂ ਵੀ ਸੁਖਮਨੀ ਸਾਹਿਬ ਦੀ ਆਵਾਜ਼ ਆਉਂਦੀ ਪਈ ਸੀ। ਉਹ ਭਾਈ ਮਨੀ ਸਿੰਘ ਸਾਹਿਬ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਲਵੰਡੀ ਸਾਬੋ ਦੇ ਸਥਾਨ ਤੇ ਜਦੋਂ ਦੁਬਾਰਾ ਸੰਪਾਦਨਾ ਹੋਈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸ਼ਾਮਿਲ ਕੀਤੀ ਗਈ। ਉਸ ਵੇਲੇ ਲਖਾਰੀ ਜਿਹੜੇ ਸਨ ਉਹ ਭਾਈ ਮਨੀ ਸਿੰਘ ਸਾਹਿਬ ਸਨ। ਬਾਬਾ ਦੀਪ ਸਿੰਘ ਨਾਲ ਸਹਾਇਕ ਸਨ ਤੇ ਸਤਿਗੁਰੂ ਮਹਾਰਾਜ ਨੂੰ ਅਰਦਾਸ ਕੀਤੀ, ਮਹਾਰਾਜ ਜਦੋਂ ਸੰਪੂਰਨਤਾ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਸਿੱਖੀ ਨਿਭ ਜਾਏ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮਨੀ ਸਿੰਘ ਜੀ ਬੰਦ ਭਾਵੇਂ ਕੱਟਿਆ ਜਾਏ ਪਰ ਸਿੱਖੀ ਕਦੇ ਨਹੀਂ ਚੁੱਕੇਗੀ। ਅੱਜ ਅਸੀਂ ਅਰਦਾਸ ਜਦੋਂ ਕਰਦੇ ਆ ਨਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪੜੀਆਂ ਲੁਹਾਈਆਂ ਭਾਈ ਤਾਰੂ ਸਿੰਘ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰੇ। ਉੱਥੇ ਇਹ ਨਹੀਂ ਕਿਹਾ ਕਿ ਧਰਮ ਹਾਰੇਗਾ, ਮਹਾਰਾਜ ਕਹਿੰਦੇ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਇਹ ਉਹਨਾਂ ਨੂੰ ਯਾਦ ਕੀਤਾ ਗਿਆ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਇਕੱਲੇ ਹੀ ਧਰਮੀ ਨੇ। ਉੱਥੇ ਭਾਵੇਂ ਕੋਈ ਵੀ ਖਲੋਤਾ ਹੈ ਉਹ ਸਾਰੇ ਕਹਿੰਦੇ ਅਸੀਂ ਰਾਜਨੀਤਿਕ ਅਸੀਂ ਖਤਮ ਕਰ ਦਾਂਗੇ ਧਰਮ ਨੂੰ, ਪਰ ਧਰਮ ਉੱਥੇ ਵੀ ਜਿੱਤਿਆ। ਗੁਰੂ ਤੇਗ ਬਹਾਦਰ ਮਹਾਰਾਜ ਚਾਂਦਨੀ ਚੌਕ 'ਚ ਇਕੱਲੇ ਧਰਮੀ ਤੇ ਜ਼ਾਲਮ ਕਹਿੰਦਾ ਕਿ ਅਸੀਂ ਧਰਮ ਖਤਮ ਕਰਾਂਗੇ, ਪਰ ਧਰਮ ਉੱਥੇ ਵੀ ਜਿੱਤਿਆ। ਤੇ ਛੋਟੇ ਬਾਲਕ ਜਿਹੜੇ ਸਨ ਉਹ ਸਰਹੰਦ ਦੀਆਂ ਨੀਹਾਂ ਵਿੱਚ ਚੁਣ ਲੱਗੇ ਆ। ਕਹਿੰਦੇ ਠੰਡ ਦੇ ਵਿੱਚ ਰਾਤਾਂ ਗੁਜ਼ਰੀਆਂ, ਕਈ ਦਿਨ ਹੋ ਗਏ ਰੋਟੀ ਤੁਹਾਨੂੰ ਨਹੀਂ ਮਿਲੇ, ਦੁੱਖ ਤਸੀਹੇ ਤੁਸੀਂ ਝੱਲੇ। ਜੇਕਰ ਧਰਮ ਨੂੰ ਛੱਡ ਦੋ ਤੇ ਅੱਜ ਸੁੱਖ ਦੀ ਰਾਤ ਮਿਲ ਸਕਦੀ, ਪਰ ਧਰਮ ਉੱਥੇ ਵੀ ਜਿੱਤਿਆ। ਤੇ ਮਹਾਰਾਜ ਤੇ ਸਾਨੂੰ ਅਸੀਂ ਰੋਜ਼ ਉਹਨਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿੰਨਾਂ ਦੀ ਕਮਾਈ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ। ਭਾਈ ਮਨੀ ਸਿੰਘ ਸਾਹਿਬ ਨੇ ਉਦੋਂ ਦੇਖਿਆ ਸਮਾਂ ਜਦੋਂ ਥੋੜਾ ਬਦਲਿਆ ਤੇ ਉਹਨਾਂ ਨੇ ਜ਼ਕਰੀਆ ਖਾਨ ਤੱਕ ਪਹੁੰਚ ਕੀਤੀ। ਬਾਬਾ ਸ਼ਬੇਗ ਸਿੰਘ ਜੀ, ਭਾਈ ਸ਼ਬੇਗ ਸਿੰਘ ਜਿਹੜੇ ਸਨ ਉਹਨਾਂ ਦੀ ਲਾਹੌਰ ਵਿੱਚ ਬੰਦੀ ਸੀ ਸਰਕਾਰੀ ਦਰਬਾਰੇ। ਪਹੁੰਚ ਕਰਕੇ ਉਹਨਾਂ ਨੂੰ ਕਿਹਾ ਕਿ ਅਸੀਂ ਜਿਹੜਾ ਹੈ ਉਹ ਦੀਵਾਲੀ ਦੇ ਉੱਤੇ ਇਕੱਠ ਕਰਨਾ ਚਾਹੁੰਦੇ ਆ। ਉਹਨਾਂ ਨੇ ਕਿਹਾ ਠੀਕ, ਪਰ ਉਹਦੇ ਵਾਸਤੇ 10,000 ਰੁਪਇਆ ਦੇਣਾ ਪਏਗਾ। ਇਜਾਜ਼ਤ ਦੇ ਦਿੱਤੀ ਕਿ ਹਾਂ ਠੀਕ 10,000 ਦਵਾਂਗੇ। ਸਿੱਖਾਂ ਨੇ ਜਦੋਂ ਸਿਨੇ ਭੇਜੇ ਕਿ ਤੁਸੀਂ ਇਸ ਦੀਵਾਲੀ ਦੇ ਉੱਤੇ ਇਕੱਠੇ ਹੋ, ਸਨ 1734 ਦੀ ਦੀਵਾਲੀ, ਤੇ ਜਦੋਂ ਇਕੱਠੇ ਕੀਤਾ ਗਿਆ ਸਿੱਖਾਂ ਨੂੰ ਸਿਨੇ ਭੇਜਣੇ ਗਏ ਤੇ ਉਦੋਂ ਜਿਹੜਾ ਸੀ ਇੱਕ ਬਹੁਤ ਸਿੱਖੀ ਦੇ ਨਾਲ ਜਿਹਨੇ ਨਫ਼ਰਤ ਕੀਤੀ, ਜਸਪਤ ਰਾਏ ਤੇ ਲਖਪਤ ਰਾਏ। ਇਹ ਪਤਾ ਕੀ ਆਖਦੇ ਸੀ? ਇਹ ਕਹਿੰਦੇ ਖੱਤਰੀ ਨੇ ਸਿੱਖੀ ਨੂੰ ਸ਼ੁਰੂ ਕੀਤਾ ਗੁਰੂ ਨਾਨਕ ਦੇਵ ਮਹਾਰਾਜ, ਤੇ ਕਹਿੰਦੇ ਅਸੀਂ ਖੱਤਰੀਆਂ ਨੇ ਸਿੱਖੀ ਨੂੰ ਖਤਮ ਕਰਨਾ ਹੈ। ਲਖਪਤ ਰਾਏ, ਜਸਪਤ ਰਾਏ ਉਹਨਾਂ ਨੇ ਜਾ ਕੇ ਜਿਹੜਾ ਸੀ ਨਵਾਬ ਦੇ ਕੰਨਾਂ ਦੇ ਵਿੱਚ ਗੱਲ ਪਾਈ। ਕਹਿੰਦੇ ਮੌਕਾ ਬੜਾ ਵਧੀਆ ਜੇ ਜ਼ਕਰੀਆ ਖਾਨ, ਸਿੱਖ ਇਕੱਠੇ ਹੋਣਗੇ, ਫੌਜ ਤਿਆਰ ਕਰ, ਸਾਰੇ ਸਿੱਖਾਂ ਨੂੰ ਖਤਮ ਕਰ ਦੇ, ਤੁਹਾਡੇ ਅੱਗੇ ਸਿਰ ਚੁੱਕਣ ਵਾਲਾ ਕੋਈ ਨਹੀਂ ਹੋਵੇਗਾ।
ਸ਼ੁਭੇਗ ਸਿੰਘ ਨੇ ਭਾਈ ਮਨੀ ਸਿੰਘ ਸਾਹਿਬ ਨੂੰ ਦੱਸਿਆ, ਕਹਿ ਲੱਗੇ ਸਿੱਖੀ ਤੇ ਹਮਲਾ ਹੋਣਾ ਜੇ, ਤੁਸੀਂ ਰੋਕ ਦੋ। ਸਾਰਿਆਂ ਨੂੰ ਚਿੱਠੀਆਂ ਭੇਜੀਆਂ, ਬਹੁਤ ਸਾਰੇ ਸਿੱਖ ਰੁਕ ਵੀ ਗਏ, ਪਰ ਬਹੁਤ ਸਾਰੇ ਜਿਹੜੇ ਸਾਨੂੰ ਪਿੰਡਾਂ 'ਚ ਪਹੁੰਚੇ, ਕਈ ਹਰਿਮੰਦਰ ਸਾਹਿਬ ਪਹੁੰਚ ਗਏ। ਇਸ਼ਨਾਨ ਕਰਦੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਪਿੰਡਾਂ ਦੇ ਵਿੱਚ ਸਿੱਖਾਂ ਨੂੰ ਕਤਲ ਕੀਤਾ ਗਿਆ। ਤੇ ਜਦੋਂ ਇਹ ਸਾਰਾ ਕੁਝ ਹੋ ਨਿਬੜਿਆ, ਭਾਈ ਮਨੀ ਸਿੰਘ ਸਾਹਿਬ ਜੀ ਉਹਨਾਂ ਨੂੰ ਲਾਹੌਰ ਜ਼ਕਰੀਆ ਖਾਨ ਸਾਦਾ ਹੈ ਤੇ ਲਾਹੌਰ ਦੇ ਵਿੱਚ ਉਹਨੇ ਆਖਿਆ ਸੀ, ਕਹਿੰਦੇ 10,000 ਰੁਪਇਆ ਜਮ੍ਹਾਂ ਕਰਾਓ। ਉਹ ਕਹਿੰਦੇ ਕਾਹਦਾ 10,000, ਸਮਾਗਮ ਸਾਡਾ ਨਹੀਂ ਹੋਇਆ, ਸਿੱਖਾਂ ਨੂੰ ਤੁਸੀਂ ਕਤਲ ਕੀਤਾ, ਸੀ ਕੋਈ ਪੈਸਾ ਨਹੀਂ ਦੇਣਾ। ਤੇ ਉਸ ਵੇਲੇ ਭਾਈ ਮਨੀ ਸਿੰਘ ਸਾਹਿਬ ਦੀ ਉਮਰ 90 ਸਾਲ ਤੋਂ ਪਾਰ ਹੋ ਚੁੱਕੀ ਆ। 1644 ਦਾ ਉਹਨਾਂ ਦਾ ਜਨਮ ਆ ਤੇ 1734 ਆ ਚੁੱਕੀ ਆ। ਦਾਣਾ ਸਾਰਾ ਜਿਹੜਾ ਹੈ ਉਹ ਬਿਲਕੁਲ ਦੁੱਧ ਵਾਂਗ ਚਿੱਟਾ ਹੈ। ਤੇ ਜਦੋਂ ਉਹਨਾਂ ਨੇ ਕਿਹਾ ਕਿ ਨਹੀਂ ਜਮਾ ਕਰਾਉਣੇ, ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕਤਲ ਕੀਤਾ ਜਾਏਗਾ, ਤਸੀਹੇ ਦਿੱਤੇ ਜਾਣਗੇ। ਉਸ ਵੇਲੇ ਫਿਰ ਭਾਈ ਮਨੀ ਸਿੰਘ ਸਾਹਿਬ ਕਹਿੰਦੇ ਨੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਏ। ਉੱਥੇ ਬਚਨ ਇਤਿਹਾਸ ਨੇ ਲਿਖੇ ਆ ਜੀ, ਉਹ ਕਹਿੰਦੇ ਨੇ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਕਹਿੰਦੇ ਆਰੇ ਚੰਗੇ ਲੱਗਦੇ ਸਾਨੂੰ, ਪਰ ਸਿੱਖੀ ਨਹੀਂ ਅਸੀਂ ਛੱਡ ਸਕਦੇ। ਹੁਕਮ ਹੋਇਆ ਕਿ ਬੰਦ ਕੱਟਿਆ ਜਾਏ। ਭਾਈ ਮਨੀ ਸਿੰਘ ਸਾਹਿਬ ਨੂੰ ਨਖਾਸ ਚੌਂਕ ਲਾਹੌਰ, ਜਿੰਦਾ ਸਿੱਖੀ ਦੇ ਨਾਲ ਇੰਨਾ ਕੁ ਗੂੜਾ ਸੰਬੰਧ ਜੇ ਕਿ 14,000 ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਨਖਾਸ ਚੌਂਕ ਦੇ ਵਿੱਚ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਸਾਹਿਬ ਨੂੰ ਚੌਂਕ ਦੇ ਵਿੱਚ ਬਿਠਾਇਆ। ਜ਼ਲਾਲ ਕਹਿੰਦਾ ਤੇਰੇ ਬਾਬਾ ਟੁਕੜੇ ਕੀਤੇ ਜਾਣੇ ਆ ਸ਼ਬਦ ਸਿੱਖੀ ਨੂੰ। ਉਹਨਾਂ ਨੇ ਕਿਹਾ ਭਾਈ ਮਨੀ ਸਿੰਘ ਸਾਹਿਬ ਨੇ, ਕਹਿੰਦੇ ਤੈਨੂੰ ਕੀ ਮਿਲਣਾ, ਮੈਂ ਤੇ ਸਿੱਖੀ ਵਾਸਤੇ ਮਰਨ ਲੱਗਿਆ। ਉਹ ਕਹਿੰਦਾ ਮੈਨੂੰ ਇੱਕ ਟੋਕਰਾ ਆਟੇ ਦਾ ਮਿਲੇਗਾ, 4 ਦਿਨ ਮੇਰੇ ਘਰ ਦਾ ਗੁਜ਼ਾਰਾ ਚੱਲੇਗਾ। ਭਾਈ ਮਨੀ ਸਿੰਘ ਸਾਹਿਬ ਆਖਦੇ ਨੇ ਤੇਰੀ ਲੋੜ ਰੁਪਈਏ, ਅਸੀਂ ਜੀਵਨ ਪਦਵੀ ਪਾਵਾਂਗੇ, ਆ ਕਾਤਲਾ ਪਰ ਰਲ ਮਿਲ ਦੋਵੇਂ ਅਦਭੁਤ ਤਮਾਸ਼ਾ ਲਾਵਾਂਗੇ। ਲੋਕ ਦੇਖਣਗੇ। ਅੱਜ ਤਮਾਸ਼ਬੀਨ ਇਕੱਠੇ ਵੀ ਉੱਥੇ ਹੋਏ। ਲੋਕ ਕਹਿੰਦੇ ਸੀ ਕਿ ਦੇਖੋ ਟੁਕੜੇ ਸਰੀਰ ਦੇ ਅੱਜ ਹੁੰਦੇ ਵੇਖਾਂਗੇ। ਪਹਿਲਾ ਟਕੂਆ ਜਿਹੜਾ ਸੀ ਟੋਕਾ, ਉਹ ਗੁੱਟ ਤੇ ਮਾਰ ਲੱਗਿਆ ਜਲਾਦ। ਭਾਈ ਮਨੀ ਸਿੰਘ ਨੇ ਹੱਥ ਫੜ ਲਿਆ, ਕਹਿ ਲੱਗੇ ਇਹ ਕੀ ਕਰਨ ਲੱਗਿਆ? ਕਹਿੰਦਾ ਕੀ ਗੱਲ ਡਰਿਆ ਮੌਤ ਤੋਂ ਬਾਬਾ? ਕਹਿੰਦਾ ਨਹੀਂ ਮੈਂ ਡਰਿਆ ਨਹੀਂ, ਤੈਨੂੰ ਹੁਕਮ ਹੋਇਆ ਸੀ ਬੰਦ ਕੱਟਣਾ ਹੈ। ਬੰਦ ਗੁੱਟ ਤੋਂ ਨਹੀਂ, ਇੱਥੋਂ ਪੋਟੇ ਤੋਂ ਸ਼ੁਰੂ ਹੁੰਦਾ ਪਿਆ। ਅੱਜ ਵੀ ਤਸਵੀਰ ਦੇਖੋ, ਪੋਟੇ ਤੇ ਇਸ਼ਾਰਾ ਕਰਦੇ ਆ, ਕਹਿੰਦੇ ਇੱਥੋਂ ਕੱਟ, ਜਿੰਨੇ ਜੁਆਇੰਟ ਨੇ ਉਹਨਿਆਂ ਦੇ ਉੱਤੇ ਤੂੰ ਟੋਕਾ ਚਲਾ ਤੇ ਮੈਂ ਵੀ ਦੇਖਣਾ ਮੇਰੇ ਗੁਰੂ ਦਾ ਸਿਦਕ ਜਿੱਤਦਾ ਹੈ ਕਿ ਤੇਰਾ ਜ਼ੁਲਮ ਜਿੱਤਦਾ ਪਿਆ। ਭਾਈ ਮਨੀ ਸਿੰਘ ਸਾਹਿਬ ਦੇ 72 ਸਰੀਰ ਦੇ ਟੁਕੜੇ ਕੀਤੇ ਗਏ। 72 ਵਾਰ ਟੋਕਾ ਸਰੀਰ ਦੇ ਉੱਤੇ ਚੱਲਿਆ। ਤੇ ਜਦੋਂ ਪਹਿਲਾ ਟੋਕਾ ਚੱਲਦਾ ਹੈ, ਨਾਲ ਹੀ ਸ਼ੁਰੂ ਕੀਤਾ ਸੀ ਗੌੜੀ ਸੁਖਮਨੀ ਮਹੱਲਾ 5ਵਾਂ, ਆਦ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤ ਗੁਰੇ ਨਵੇਂ, ਸ਼੍ਰੀ ਗੁਰਦੇਵ ਨਵੇਂ। ਸਰੀਰ ਦੇ ਟੁਕੜੇ ਹੁੰਦੇ ਗਏ, ਟੋਕਰੇ ਦੇ ਵਿੱਚ ਟੁਕੜੇ ਪਾ ਦਿੱਤੇ ਗਏ ਤੇ ਉਹਨਾਂ ਟੋਕਰਿਆਂ ਦੇ ਵਿੱਚੋਂ ਸੁਖਮਨੀ ਸਾਹਿਬ ਦੀ ਸੰਪੂਰਨਤਾ ਹੋਈ ਸੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਅੱਜ ਤੁਸੀਂ ਉਹਨਾਂ ਨੂੰ ਯਾਦ ਕਰਦੇ ਪਏ ਹੋ। ਜ਼ਕਰੀਆ ਖਾਨ, ਜਿੱਦਣ ਭਾਈ ਤਾਰੂ ਸਿੰਘ ਬਿਲਕੁਲ ਕੀਰਤੀ ਸਿੱਖ ਨੇ, ਉਹਨਾਂ ਨੇ ਜੀਵਨ ਇਵੇਂ ਦਾ ਸੀ, ਭੈਣ ਤਾਰੋ ਤੇ ਭਾਈ ਤਾਰੂ ਸਿੰਘ, ਮਾਂ ਵਿਧਵਾ, ਤੇ ਉਹਨਾਂ ਨੇ ਲੰਗਰ ਤਿਆਰ ਕਰਕੇ ਤੇ ਸਿੱਖਾਂ ਕੋਲ ਲੈ ਕੇ ਜਾਣਾ ਜਿਹੜੇ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਸੀ। ਤੇ ਉਹਨਾਂ ਦੇ ਉੱਤੇ ਬਸ ਇਲਜ਼ਾਮ ਇੰਨਾ ਸੀ ਕਿ ਤੁਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਪਏ ਹੋ ਜਿਹੜੇ ਸਾਡੇ ਨਾਲ ਲੜਦੇ ਪਏ ਨੇ। ਤੇ ਜਿੱਦਣ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੰਨ 1757, ਤੇ ਭਾਈ ਤਾਰੂ ਸਿੰਘ ਨੂੰ ਕਿਹਾ ਗਿਆ ਸੀ, ਕਹਿਣ ਲੱਗੇ ਕਿ ਦੱਸ ਕਿਵੇਂ ਦੀ ਮੌਤ ਚਾਹੁੰਦਾ? ਉਹ ਕਹਿੰਦੇ ਜਿਵੇਂ ਦੀ ਤੂੰ ਚਾਹੁੰਦਾ। ਜ਼ਕਰੀਆ ਖਾਨ ਨੂੰ ਕਿਹਾ, ਕਹਿਣ ਲੱਗੇ ਤੇਰੇ ਛਿੱਤਰਾਂ ਦੇ ਨਾਲ ਮੈਂ ਕੇਸ ਲਾ ਦਾਂਗਾ। ਭਾਈ ਤਾਰੂ ਸਿੰਘ ਕਹਿੰਦੇ ਮੇਰੇ ਕੇਸ ਤੇ ਛਿੱਤਰਾਂ ਨਾਲ ਨਹੀਂ ਲੱਥਣਗੇ, ਪਰ ਮੈਂ ਉਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਛਿੱਤਰ ਅੱਗੇ ਲਾ ਕੇ ਤੈਨੂੰ ਲੈ ਕੇ ਨਾ ਗਿਆ। ਭਾਈ ਤਾਰੂ ਸਿੰਘ ਦੀ ਖੋਪੜੀ ਲਾਈ ਗਈ। ਇੱਥੋਂ ਕਹਿੰਦੇ ਸੱਜੇ ਪਾਸੇ ਸ਼ੁਰੂ ਕੀਤੀ, ਇੱਥੋਂ ਚੀਰਦਿਆਂ ਪਿੱਛੋਂ ਤੱਕ ਆਏ, ਖੱਬੇ ਪਾਸੋਂ ਚੀਰਦਿਆਂ ਫਿਰ ਸੱਜੇ ਪਾਸੇ ਆਏ ਤੇ ਪਿਛਲੇ ਪਾਸੇ ਜ਼ੋਰ ਦੀ ਉਸ ਰੰਬੀ ਜਿਹੜੇ ਮੋਚੀਆਂ ਦੇ ਕੋਲ ਚਮੜਾ ਕੱਟਣ ਵਾਸਤੇ ਆ ਨਾ, ਉਹ ਰੰਬੀ ਦੇ ਨਾਲ ਸੱਟ ਮਾਰ ਕੇ ਖੋਪੜ ਲਾ ਕੇ ਪਾਸੇ ਸੁੱਟ ਦਿੱਤਾ। ਪਰ ਗੁਰੂ ਕਾ ਸਿੱਖ 21 ਦਿਨ ਖੋਪੜੀ ਤੋਂ ਬਗੈਰ ਜਿੰਦਾ ਰਿਹਾ ਤੇ ਨਾਲ ਹੀ ਜਿਹੜਾ ਸੀ ਉਹ ਜ਼ਾਲਮ ਦੇ ਬੰਨ ਪਿਸ਼ਾਬਦਾ ਪਿਆ। ਰੋਜ਼ ਭਾਈ ਤਾਰੂ ਸਿੰਘ ਦੇ ਛਿੱਤਰ ਪੈਣੇ,
ਬੰਨ ਖੁੱਲਣਾ ਤੇ ਜ਼ਕਰੀਆ ਖਾਨ ਦੀ ਮੌਤ ਜਿਹੜੀ ਸੀ ਭਾਈ ਤਾਰੂ ਸਿੰਘ ਦੀ ਜੁੱਤੀਆਂ ਦੇ ਛਿੱਤਰ ਖਾ ਖਾ ਕੇ ਉਹਦੀ ਮੌਤ ਹੋਈ ਤੇ ਸਿੱਖ ਦੇ ਵਚਨ ਜਿਹੜੇ ਸਨ ਉਹ ਪੂਰੇ ਹੋਏ। ਤੁਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਪਏ ਹੋ। ਟੂਕ ਮਾਤਰ ਕੇਵਲ ਉਹਨਾਂ ਦੇ ਜੀਵਨ ਦੀ ਗੱਲ ਕੀਤੀ, ਉਹਨਾਂ ਦੀ ਕੁਰਬਾਨੀ ਬਹੁਤ ਹੈ ਤੇ ਅਸੀਂ ਰੋਜ਼ ਸਿੱਖਾਂ ਉਹਨਾਂ ਸ਼ਹੀਦਾਂ ਨੂੰ ਅਰਦਾਸ ਦੇ ਵਿੱਚ ਯਾਦ ਕਰਦੇ। ਕਿਸੇ ਧਰਮ ਦੇ ਕੋਲ ਐਸਾ ਕੋਈ ਢੰਗ ਨਹੀਂ ਕਿ ਸਾਰੇ ਇਤਿਹਾਸ ਨੂੰ 5 ਮਿੰਟ ਵਿੱਚ ਪੜ੍ਹ ਲਵੇ। ਪਰ ਜਦੋਂ ਤੁਸੀਂ ਅਰਦਾਸ ਕਰਦੇ ਹੋ ਨਾ, ਜਦੋਂ ਤੁਸੀਂ ਕਹਿੰਦੇ ਹੋ ਕਿ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਦੀ ਸਹਾਇ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਕੇ ਆਏ। ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਤੋਂ ਲੈ ਕਰਕੇ ਤੇ ਅੱਜ ਤੱਕ ਜੋ ਸਾਡੇ ਗੁਰਧਾਮ, ਜੋ ਸਿੱਖੀ ਦਾ ਸਿਧਾਂਤ, ਜੋ ਸ਼ਹੀਦ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਅਸੀਂ ਸਮੁੱਚੇ ਇਤਿਹਾਸ ਨੂੰ ਕੇਵਲ ਅਰਦਾਸ ਵਿੱਚ ਪੜ੍ਹ ਲੈਂਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ। ਆਪ ਸੰਗਤ ਦੇ ਚਰਨ ਪਾਸੇ ਇੱਕ ਹਫ਼ਤੇ ਦਾ ਸਮਾਂ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕਰਕੇ ਤੁਹਾਡੀ ਸੰਗਤਾਂ ਦੇ ਚਰਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ। ਇੱਕ ਹਫ਼ਤੇ ਦੇ ਵਿੱਚ ਆਪ ਸੰਗਤ ਨੇ ਬਹੁਤ ਪਿਆਰ ਦਿੱਤਾ। ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਸਰਦਾਰ ਬਲਰਾਜ ਸਿੰਘ ਜੀ ਅਟਵਾਲ ਸਾਹਿਬ, ਸਰਦਾਰ ਗੁਰਮੀਤ ਸਿੰਘ ਜੀ ਸਿੱਧੂ ਸਾਹਿਬ, ਉਹਨਾਂ ਨੇ ਬਹੁਤ ਪਿਆਰ ਦਿੱਤਾ। ਔਰ ਵਿਸ਼ੇਸ਼ ਕਰਕੇ ਮੈਂ ਧੰਨਵਾਦੀ ਵੀ ਹਾਂ ਸਰਦਾਰ ਨਿਹਾਲ ਸਿੰਘ ਰਾਮੇਵਾਲ ਸਾਹਿਬ, ਜਿਹੜੇ ਛੋਟੇ ਭਰਾ ਵਾਂਗੂ ਪਿਆਰ ਕਰਦੇ ਨੇ ਤੇ ਉਹਨਾਂ ਨੇ ਇਸ ਸਥਾਨ ਤੇ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਭੇਜਿਆ। ਸਮੁੱਚੇ ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਅਗਲੀ ਛੱਡ ਕੇ ਇਸ ਤੋਂ ਅੱਗੇ 3 ਵੀਕ ਤੁਹਾਡੇ ਚਰਨ ਫੇਰ ਪਰਸਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਰਹਿਮਤ ਕਰਨ, ਸਮੁੱਚੇ ਪ੍ਰਬੰਧਕ ਸੱਜਣਾ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਸਿੱਖੀ ਦਾ ਨਾਮ ਜਿਹੜਾ ਭਾਵੇਂ ਕਾਮਨਵੈਲਥ ਸੀ, ਭਾਵੇਂ ਉਹ ਜਿਹੜੀਆਂ ਓਲੰਪਿਕ ਖੇਡਾਂ ਸੀ, ਭਾਵੇਂ ਧਰਮ ਸੀ, ਭਾਵੇਂ ਖੇਡ ਸੀ, ਭਾਵੇਂ ਰਾਜਨੀਤੀ ਸੀ, ਹਰ ਪੱਖ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਰਹਿਮਤ ਕਰਨ। ਸਮੁੱਚੇ ਪ੍ਰਬੰਧਕ ਸੱਜਣ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖੀ ਨੂੰ ਜਿਹੜਾ ਇਸ ਅਸਮਾਨ ਦੇ ਸਿਤਾਰੇ ਵਾਂਗ ਜਿਹੜਾ ਹੈ ਉਹ ਚਮਕਾ ਦੇਣ। ਗੁਰੂ ਕਿਰਪਾ ਕਰੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਾਰੀ ਸੰਗਤ ਦਾ ਧੰਨਵਾਦ, ਸਮੁੱਚੇ ਪ੍ਰਬੰਧਕ ਸੱਜਣਾ ਦਾ ਧੰਨਵਾਦ। ਕੋਟਾਨ ਕੋਟ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ, ਜਿਨ੍ਹਾਂ ਨੇ ਕਿਰਪਾ ਕਰਕੇ ਆਪ ਸੰਗਤ ਦੇ ਚਰਨ ਪਰਸਨ ਦਾ ਸੁਭਾਗ ਬਖਸ਼ਿਆ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਕਾਰਯੋਗ ਇਸ ਸਥਾਨ ਦੇ ਗ੍ਰੰਥੀ ਸਾਹਿਬਾਨ ਭਾਈ ਜਸਪਾਲ ਸਿੰਘ ਜੀ, ਹਰਪਾਲ ਸਿੰਘ ਜੀ, ਭਾਈ ਅਵਤਾਰ ਸਿੰਘ ਜੀ, ਬਹੁਤ ਪਿਆਰ ਵਾਲੇ ਜਿਹੜੇ ਸੀ, ਉਹਨਾਂ ਨੇ ਬਹੁਤ ਪਿਆਰ ਦਿੱਤਾ। ਮਹਿਸੂਸ ਇੱਥੇ ਆ ਕੇ ਇਵੇਂ ਹੋਇਆ ਕਿ ਜਿਵੇਂ ਮੈਂ ਘਰੇ ਆ ਗਿਆ ਹੁੰਦਾ, ਜਿਵੇਂ ਘਰ ਦੇ ਵਿੱਚ ਬੈਠਾ ਹੋਵਾਂ। ਬਹੁਤ ਪਿਆਰ ਸਾਰੀਆਂ ਸੰਗਤਾਂ ਵੱਲੋਂ, ਪ੍ਰਬੰਧਕਾਂ ਵੱਲੋਂ, ਗਿਆਨੀ ਸਾਹਿਬਾਨਾਂ ਵੱਲੋਂ ਬਹੁਤ ਪਿਆਰ ਮਿਲਿਆ। ਸਭਨਾਂ ਦਾ ਧੰਨਵਾਦ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬਲਾ ਫਤਿਹ ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।